ਦੁਨੀਆ ਭਰ ਵਿੱਚ ਲੋਟਸ ਟੀਵੀ ਦੇਖਦੇ ਮੇਰੇ ਸੂਝਵਾਨ ਦਰਸ਼ਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਤੇ ਜਿਸ ਨੂੰ ਆਪ ਸਕਾਈ ਚੈਨਲ 772 ਤੇ ਦੇਖ ਰਹੇ ਹੋ। ਲੋਟਸ ਟੀਵੀ ਨੂੰ ਆਪ ऑनलाइन भी देख सकते हो। जस्ट लॉग ऑन kanchitv.co.uk ਤੇ ਜਸਟ ਲੋਟਸ ਟੀਵੀ ਨੂੰ ਹਰ ਸੰਡੇ ਦੀ ਸ਼ਾਮ 6 ਤੋਂ ਲੈ ਕੇ 7 ਵਜੇ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ UK ਟਾਈਮ ਦੇ ਉੱਤੇ। ਔਰ ਉਹੀ ਪ੍ਰੋਗਰਾਮ ਜੋ ਹੈ ਅਸੀਂ ਬੁੱਧਵਾਰ ਨੂੰ ਦੁਪਹਿਰੇ 2 ਤੋਂ ਲੈ ਕੇ 3 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਜੇ ਤੁਸੀਂ ਬਾਈ ਚਾਂਸ ਸੰਡੇ ਦਾ ਪ੍ਰੋਗਰਾਮ ਮਿਸ ਵੀ ਹੋ ਗਏ ਤਾਂ ਕੋਈ ਡੋਂਟ ਵਰੀ, ਵੈਂਸਡੇ ਵੀ ਦੇਖ ਸਕਦੇ ਹੋ, ਰਿਪੀਟ ਉਹੀ ਪ੍ਰੋਗਰਾਮ ਹੁੰਦਾ ਹੈ। आप लोटस टीवी ਦੇ ਸਾਰੇ ਪ੍ਰੋਗਰਾਮਾਂ ਨੂੰ YouTube ਦੇ ਵੀ ਦੇਖ ਸਕਦੇ ਹੋ। ਜਸਟ ਸਰਚ ਧੰਨ ਭੀਮਾ ਧੰਨ ਦਾ ਸਰਚ ਕਰਕੇ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਜੋ ਪੁਰਾਣੇ ਵੀ ਪ੍ਰੋਗਰਾਮ ਹਨ ਉਹ ਵੀ ਦੇਖ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ। ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਪ੍ਰੋਗਰਾਮ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਆਪ ਜੀ ਦੇ ਅਸੀਂ ਬੜੇ ਧੰਨਵਾਦੀ ਹੋਵਾਂਗੇ। ਆਪ ਦੇ ਨਾਲ ਅੱਜ ਦਾ ਜੋ ਪ੍ਰੋਗਰਾਮ ਹੈ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਆਏ ਮਹਿਮਾਨ ਦਾ ਉਹਨਾਂ ਦੇ ਨਾਲ ਇੰਟਰੋਡਕਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਪਹਿਲਾਂ। ਸੋ ਵੈਸੇ ਤਾਂ ਇਹ ਮਹਿਮਾਨ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਇਹ ਹਨ ਸਾਡੇ ਬਿਸ਼ਨ ਦਾਸ ਬੈਂਸ ਜੀ। ਨਮੋ ਬੁੱਧਾ, ਜੈ ਭੀਮ ਜੀ। ਬੈਂਸ ਸਾਹਿਬ, ਲੋਟਸ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਨਮਸਕਾਰ, ਜੈ ਭੀਮ, ਜੈ ਗੁਰਦੇਵ, ਜੈ ਭੀਮ, ਨਮੋ ਬੁੱਧਾ, ਜੈ ਭਾਰਤ। ਬਹੁਤ ਸੋਹਣਾ ਲੱਗਾ ਅੱਜ ਤੁਹਾਡੇ ਨਾਲ ਫਿਰ ਕਾਫੀ ਦੇਰ ਬਾਅਦ ਪ੍ਰੋਗਰਾਮ ਕਰਕੇ। ਐਕਚੁਅਲੀ ਮੈਂ ਇੰਡੀਆ ਨੂੰ ਵੀ ਗਿਆ ਸੀਗਾ ਤੇ ਫਿਰ ਤੁਸੀਂ ਵੀ ਬਿਜ਼ੀ ਸੀਗੇ। ਹਾਂਜੀ ਹਾਂਜੀ, ਮੈਂ ਵੀ ਇੰਡੀਆ ਗਿਆ ਸੀ। ਤੁਸੀਂ ਵੀ ਗਏ ਸੀਗੇ। ਸੋ ਇਸ ਕਰਕੇ ਅਸੀਂ ਪ੍ਰੋਗਰਾਮ ਜੋ ਹੈ ਅੱਜ ਸਾਡੇ ਦਰਸ਼ਕਾਂ ਨਾਲ ਸਾਂਝ ਪਾਈਏ ਕਿ ਬਹੁਤ ਹੀ ਖਾਸ ਪ੍ਰੋਗਰਾਮ ਹੈ, ਬਹੁਤ ਹੀ ਸਾਡੇ ਬਹੁਜਨ ਨਾਇਕ। ਅਸੀਂ ਸਾਹੂ ਜੀ ਮਹਾਰਾਜ ਦੀ ਜ਼ਿੰਦਗੀ ਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਕੋਲ ਕੁਝ ਇਨਫੋਰਮੇਸ਼ਨਸ ਹਨ ਜੋ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਉਹ ਇਨਫੋਰਮੇਸ਼ਨ ਇਸ ਤਰ੍ਹਾਂ ਹੈ ਕਿ ਅੱਜ ਦੀਆਂ ਇਨਫੋਰਮੇਸ਼ਨ ਵਿੱਚ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਨੇ ਵੁਲਵਰਹੈਂਪਟਨ ਬੁੱਧ ਵਿਹਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਹਰਮਨ ਪਿਆਰੇ ਪੰਤੇ ਅਭੀ ਪ੍ਰਸੰਨੋ ਜੀ ਦੀ ਪਹਿਲੀ ਜੋ ਮੈਮੋਰੀਅਲ ਸਰਵਿਸ ਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ। ਜੱਸਰ ਪਰਿਵਾਰ ਨੇ ਅਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਗੁਣਗਾਨ ਕੀਤਾ ਅਤੇ ਸਭ ਨੇ ਸ਼ਰਧਾ ਦੇ ਫੁੱਲ ਉਹਨਾਂ ਨੂੰ ਭੇਂਟ ਕੀਤੇ। ਇਸ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਅੱਜ ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਜੋ ਲੰਡਨ ਵਿੱਚ ਹੈ, ਉਹਨੇ 132ਵਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਦੇ ਨਾਲ ਮਨਾਇਆ। ਸਪੈਸ਼ਲੀ ਇੱਥੋਂ ਸਾਡੇ ਵੁਲਵਰਹੈਂਪਟਨ ਤੋਂ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਮੈਂਬਰ ਇੱਕ ਕੋਚ ਭਰ ਕੇ ਲੈ ਕੇ ਗਏ ਤੇ ਉੱਥੇ ਜਾ ਕੇ ਰੌਣਕ ਵਧਾਈ। ਬੱਦਨ ਬ੍ਰਦਰਜ਼ ਦੇ ਦਿਲਕਸ਼ ਸੰਗੀਤ ਨੇ ਰੰਗ ਬੰਨਿਆ, ਸਮਾਂ ਬੰਨੀ ਰੱਖਿਆ ਅਤੇ ਚੀਫ ਗੈਸਟ ਸਨ ਡਾਕਟਰ ਮੀਨਾ ਟਾਂਡਾ ਜੀ ਜੋ ਕਿ ਵੁਲਵਰਹੈਂਪਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, ਪ੍ਰੋਫੈਸਰ ਆਫ ਫਿਲਾਸਫੀ ਐਂਡ ਕਲਚਰਲ ਦੇ, ਤੇ ਉਹਨਾਂ ਦੇ ਵੱਡਮੁੱਲੇ ਵਿਚਾਰਾਂ ਦੇ ਨਾਲ ਅਤੇ ਕਾਫੀ ਜਾਣਕਾਰੀ ਮਿਲੀ ਤੇ ਹਰ ਤਰ੍ਹਾਂ ਨਾਲ ਇੱਕ ਕਾਮਯਾਬ ਪ੍ਰੋਗਰਾਮ ਦੇਖਣ ਨੂੰ ਮਿਲਿਆ। ਅੰਬੇਡਕਰ ਇੰਟਰਨੈਸ਼ਨਲ ਮਿਸ਼ਨ ਲੰਡਨ ਵਾਕਈ ਵਧਾਈ ਦੇ ਪਾਤਰ ਹਨ। ਵੈਲ ਡਨ, ਬਹੁਤ ਵਧੀਆ ਪ੍ਰੋਗਰਾਮ ਸੀਗਾ, ਸਾਰੇ ਬਣੇ ਬਹੁਤ ਖੁਸ਼ ਹੋ ਕੇ ਆਏ ਆ। ਤੇ ਹੁਣ ਚੱਲਦੇ ਹਾਂ ਅਸੀਂ ਸਾਡੇ ਮਹਿਮਾਨ ਦੇ ਨਾਲ, ਪਰ ਉਸ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇੱਕ ਛੋਟੀ ਜਿਹੀ ਭੂਮਿਕਾ ਸਾਂਝੀ ਕਰਨੀ ਚਾਹੁੰਦਾ ਹਾਂ। ਬ੍ਰਾਹਮਣਵਾਦੀ ਪਰੰਪਰਾ ਅਨੁਸਾਰ ਸਭ ਤੋਂ ਮਹਾਨ ਰਾਜ ਰਾਮ ਰਾਜ ਹੋਇਆ ਹੈ। ਮਹਾਨ ਰਾਜ ਇਸ ਲਈ ਮੰਨਿਆ ਜਾਂਦਾ ਹੈ ਕਿ ਜਿਸ ਵਿੱਚ ਜਨਤਾ ਨੂੰ ਸਿਰਫ ਵਰਣ ਵਿਵਸਥਾ ਦਾ ਪਾਲਣ ਕਰਨਾ ਹੁੰਦਾ ਹੈ। ਉਹਨੂੰ ਕੋਈ ਇਹੀ ਉਹਨਾਂ ਦਾ ਰਾਜ ਧਰਮ ਹੈ। ਸ਼ੂਦਰਾਂ ਅਤੇ ਔਰਤਾਂ ਦਾ ਫਰਜ਼ ਸਿਰਫ ਸੇਵਾ ਕਰਨੀ ਹੀ ਸੀ। ਇਸ ਦੇ ਸਮਾਨਾਂਤਰ ਉਹਦੇ ਬਰਾਬਰ ਇੱਕ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਭਲਾ ਚਾਹੁਣ ਵਾਲੇ, ਵਰਣ ਵਿਵਸਥਾ ਤੇ ਊਚ ਨੀਚ ਦੀਆਂ ਧੱਜੀਆਂ ਉਡਾਉਣ ਵਾਲੇ ਬਹੁਜਨ ਸਮਾਜ ਦੇ ਇਤਿਹਾਸ ਵਿੱਚ ਇੱਕ ਅਨਮੋਲ ਰਤਨ, ਸਮਾਜ ਸੁਧਾਰਕ ਕੋਲਾਪੁਰ ਰਿਆਸਤ ਦੇ ਮਹਾਰਾਜਾ ਸਨ ਸਾਡੇ ਛਤਰਪਤੀ ਸ਼ਾਹੂ ਜੀ ਮਹਾਰਾਜ। ਮੈਂ
ਸਾਡੇ ਆਏ ਮਹਿਮਾਨ ਦਾ ਲਾਹਾ ਲੈਂਦੇ ਹੋਏ ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਉਹਨਾਂ ਦੀ ਜ਼ਿੰਦਗੀ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਥੈਂਕ ਯੂ ਜੀ। ਪਿਆਰੇ ਦਰਸ਼ਕੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਜ ਦਾ ਦਿਨ ਜਿਹੜਾ ਹੈਗਾ ਉਹ ਅਸੀਂ ਉਹਨਾਂ ਦਾ ਮਹਾਪਰਿਨਿਰਵਾਣ ਦਿਵਸ ਜਿਹੜਾ ਉਹ ਮਨਾ ਰਹੇ ਹਾਂ, ਜਿਹੜਾ ਕਿ 6 ਮਈ ਨੂੰ ਸੀਗਾ ਜੀ। ਔਰ ਉਸ ਦਿਨ ਕਮੇਟੀ ਦਾ ਹੋਰ ਪ੍ਰੋਗਰਾਮ ਸੀਗਾ, ਜਿਸ ਕਰਕੇ ਦਿਨ ਦੇ ਦਿਨ ਨਹੀਂ ਕਰ ਸਕੇ। ਔਰ ਸਾਹੂ ਜੀ ਮਹਾਰਾਜ, ਉਹਨਾਂ ਦਾ ਜਨਮ ਜਿਹੜਾ ਹੈਗਾ 26 ਜੂਨ 1874 ਨੂੰ ਇੱਕ ਮਤਲਬ ਪਿੰਡ ਵਿੱਚ ਹੋਇਆ ਜੀ। ਔਰ ਉਹਨਾਂ ਦੇ ਜੋ ਪਿਤਾ ਜੀ ਸਨ ਜੈ ਸਿੰਘ ਰਾਓ, ਉਹ ਇੱਕ ਪਿੰਡ ਦੇ ਜਿਹੜੇ ਆ, ਪਿੰਡ ਦਾ ਨਾਂ ਹੈਗਾ ਕਾਗਲ ਪਿੰਡ ਦੇ, ਉਹ ਇੱਕ ਮੁਖੀਆ ਸਨ ਜੀ। ਔਰ ਇੱਕ OBC ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀਗੇ। ਔਰ ਉਹਨਾਂ ਦੀ ਮਾਤਾ ਜਿਹੜੀ ਸੀ ਰਾਧਾ ਬਾਈ, ਉਹ ਤਕਰੀਬਨ ਇਹ ਆ ਕਿ ਜਿਸ ਵੇਲੇ ਸਾਹੂ ਜੀ ਮਹਾਰਾਜ 3 ਸਾਲ ਦੇ ਸਨ, ਉਹਨਾਂ ਦਾ ਦੇਹਾਂਤ ਹੋ ਗਿਆ। ਔਰ ਮਾਤਾ ਜੀ ਇੱਕ ਸ਼ਾਹੀ ਘਰਾਣੇ ਨੂੰ ਬਿਲੋਂਗ ਕਰਦੀ ਸੀਗੀ। ਔਰ ਜਿਸ ਵੇਲੇ ਉਹਨਾਂ ਦਾ ਸਾਹੂ ਜੀ ਮਹਾਰਾਜ ਦੀ ਮਾਤਾ ਦਾ ਦੇਹਾਂਤ ਹੋ ਗਿਆ, ਸਾਹੂ ਜੀ ਮਹਾਰਾਜ ਸਿਰਫ 3 ਸਾਲ ਦੇ ਸੀਗੇ ਜੀ। ਔਰ ਉਸ ਤੋਂ ਬਾਅਦ ਇਹ ਆ ਕਿ ਜਿਹੜੀ ਸ਼ਿਵਾਜੀ ਮਰਾਠਾ, ਉਹਨਾਂ ਦਾ ਵੀ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਰਾਣੀ ਸੀਗੀ ਰਾਣੀ ਆਨੰਦੀ ਬਾਈ ਜੀ। ਕਿਉਂਕਿ ਸਾਹੂ ਜੀ ਮਹਾਰਾਜ ਦੀ ਮਾਤਾ ਔਰ ਆਨੰਦੀ ਬਾਈ ਇੱਕ ਸ਼ਾਹੀ ਘਰਾਣੇ 'ਚੋਂ ਸਨ ਜੀ, ਜਿਸ ਕਰਕੇ ਜਿਹੜੀ ਆਨੰਦੀ ਬਾਈ ਰਾਣੀ ਸੀਗੀ, ਉਹ ਰਾਜ ਭਾਗ ਜਿਹੜਾ ਸ਼ਿਵਾਜੀ ਦੇ ਦੇਹਾਂਤ ਤੋਂ ਬਾਅਦ ਚਲਾ ਰਹੀ ਸੀ। ਔਰ ਉਹਨੇ ਸ਼ਾਹੂ ਜੀ ਮਹਾਰਾਜ ਨੂੰ ਉਹਨਾਂ ਨੇ ਅਡਾਪਟ ਕਰ ਲਿਆ ਜੀ 3 ਸਾਲ ਦੀ ਉਮਰ ਦੇ ਵਿੱਚ। ਔਰ ਉਹਨਾਂ ਨੂੰ ਜਿਹੜੀ ਉਹਨਾਂ ਦੀ ਪ੍ਰਾਇਮਰੀ ਐਜੂਕੇਸ਼ਨ ਸੀਗੀ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸੈਕੰਡਰੀ ਐਜੂਕੇਸ਼ਨ, ਔਰ ਬੰਬੇ ਤੋਂ ਉਹਨਾਂ ਨੇ BA ਕੀਤੀ। ਔਰ ਬਾਹਰ ਵੀ ਉਹਨਾਂ ਨੂੰ ਪੜ੍ਹਨ ਲਈ ਭੇਜਿਆ, ਉਹਨਾਂ ਨੇ ਬਾਹਰ ਵੀ ਐਜੂਕੇਸ਼ਨ ਪ੍ਰਾਪਤ ਕੀਤੀ। ਸੋ ਇਹ ਉਹਨਾਂ ਦਾ ਜਿਹੜਾ ਬੇਸਿਕ ਹੈਗਾ, ਕਿੱਥੋਂ ਆਏ ਔਰ ਕਿਸ ਤਰ੍ਹਾਂ ਉਹ ਮੰਨ ਲਓ ਸ਼ਾਹੀ ਘਰਾਣੇ ਦੇ ਵਿੱਚ ਪ੍ਰਵੇਸ਼ ਹੋਏ, ਕਿਉਂਕਿ ਉਹ ਸੀਗੇ ਤੇ ਇੱਕ ਮੰਨ ਲਓ OBC ਔਰ ਰਾਜੇ ਦੇ ਪੁੱਤ ਨੇ ਸੀ। ਔਰ ਕਿਉਂਕਿ ਗਾਹਾਂ ਗੱਦੀ ਜਿਹੜੀ ਆ ਉਹਨਾਂ ਨੂੰ ਮਿਲਦੀ ਆ। ਔਰ ਇੱਥੇ ਤੱਕ ਹੀ ਇੰਨਾ ਉਹਨਾਂ ਦਾ ਮੈਂ ਦੱਸਣਾ ਚਾਹੁੰਦਾ। ਉਸ ਤੋਂ ਬਾਅਦ ਤੁਸੀਂ ਜੋ ਪੁੱਛੋਗੇ। ਹਾਂਜੀ। ਦੇਖੋ, ਇਹਨਾਂ ਨੇ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਕਿ ਕੈਂਬਰਿਜ ਯੂਨੀਵਰਸਿਟੀ ਤੱਕ ਵੀ ਉਹ ਪੜ੍ਹੇ ਆ। ਹਾਂਜੀ। ਨਾ LLD ਵੀ ਕੀਤੀ ਉਹਨਾਂ ਨੇ ਡਿਗਰੀ। ਉਹ ਉਸ ਵੇਲੇ ਜਿਹੜੇ ਪਹਿਲੇ ਭਾਰਤੀ ਸਨ ਕਿ ਜਿਨ੍ਹਾਂ ਨੇ ਉਹ ਡਿਗਰੀ ਲਈ ਆ। ਬਿਲਕੁਲ। ਬੈਂਸ ਸਾਹਿਬ, ਸ਼ਾਹੂ ਜੀ ਮਹਾਰਾਜ ਦੇ ਰਾਜ ਭਾਗ ਨੂੰ ਤੁਸੀਂ, ਉਹਨਾਂ ਦੇ ਰਾਜ ਭਾਗ, ਜਦੋਂ ਉਹਨੇ ਰਾਜ ਭਾਗ ਸੰਭਾਲਿਆ, ਉਹਨੂੰ ਤੁਸੀਂ ਕਿਸ ਤਰ੍ਹਾਂ ਵਿਆਖਿਆ ਕਰੋਗੇ ਉਹਦੀ? ਇਹ ਦੇਖੋ ਬੱਦਨ ਜੀ, ਇਹ ਗੱਲ ਹੈਗੀ ਆ ਕਿ ਉਹਨਾਂ ਦਾ ਜਿਹੜਾ ਰਾਜ ਭਾਗ ਕਿਸ ਤਰ੍ਹਾਂ ਸ਼ੁਰੂ ਹੋਇਆ। ਇਹ ਆ ਕਿ ਜਿਹੜੀ ਆਨੰਦੀ ਬਾਈ ਸੀਗੀ, ਉਹਦਾ ਵੀ ਦੇਹਾਂਤ ਹੋ ਗਿਆ। ਔਰ ਸਾਹੂ ਜੀ ਮਹਾਰਾਜ 20 ਸਾਲ ਦੇ ਸਨ ਜੀ। ਔਰ ਉਹਨਾਂ ਨੂੰ ਇਹ ਆ ਕਿ ਉਹਨਾਂ ਦੀ ਆਪਣੀ ਜਿਹੜੀ ਅਡਾਪਟਡ ਮਦਰ ਸੀਗੀ, ਉਸ ਤੋਂ ਬਾਅਦ ਉਹਨਾਂ ਦਾ ਹੱਕ ਸੀਗਾ ਗੱਦੀ ਦੇ ਉੱਤੇ। ਸੋ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕੋਲਾਪੁਰ ਦੀ ਜਿਹੜੀ ਰਾਜ ਗੱਦੀ ਉਹਨਾਂ ਨੇ ਸੰਭਾਲੀ। ਔਰ 1874 ਤੋਂ ਲਾ ਕੇ 1922 ਤੱਕ ਸਾਹੂ ਜੀ ਮਹਾਰਾਜ ਨੇ ਜਿਹੜਾ ਮਰਾਠਾ ਰਾਜ ਸੀਗਾ, ਉਹਦੇ ਉੱਤੇ ਉਹਨਾਂ ਨੇ ਰਾਜ ਕੀਤਾ ਜੀ। ਔਰ ਬੜੀ ਦਿਲਚਸਪ ਗੱਲ ਇਹ ਹੈਗੀ ਆ ਕਿ ਜਿਸ ਵੇਲੇ ਉਹਨਾਂ ਦੀ ਤਾਜਪੋਸ਼ੀ ਦੀ ਗੱਲ ਆਈ, ਜਿਸ ਤਰ੍ਹਾਂ ਅਸੀਂ ਪਿਛਲੇ ਹਫ਼ਤੇ ਦੇਖਿਆ ਇੰਗਲੈਂਡ ਦੇ ਵਿੱਚ ਵੀ ਕਿੰਗ ਚਾਰਲਸ ਤੀਜੇ ਦਾ ਰਾਜਪੋਸ਼ੀ। ਔਰ ਜਿਸ ਵੇਲੇ ਉਹਨਾਂ ਦੀ ਤਾਜਪੋਸ਼ੀ ਦੀ ਗੱਲ ਆਈ, ਔਰ ਜਿਹੜੇ ਸੀਗੇ ਬ੍ਰਾਹਮਣ ਜੀ ਪ੍ਰੀਸਟ, ਉਹਨਾਂ ਨੇ ਇਨਕਾਰ ਕਰ ਦਿੱਤਾ ਜੀ। ਉਹਨਾਂ ਨੇ ਕਿਹਾ ਕਿ ਇਹ ਮਤਲਬ ਉੱਚ ਬ੍ਰਾਹਮਣਾਂ ਵਿੱਚੋਂ ਨਹੀਂ, OBC ਵਿੱਚੋਂ ਹੈਗਾ, ਇਸ ਕਰਕੇ ਅਸੀਂ ਇਹਨਾਂ ਦੀ ਤਾਜਪੋਸ਼ੀ ਨਹੀਂ ਕਰਨੀ। ਔਰ ਤਾਜਪੋਸ਼ੀ ਤੋਂ ਇਨਕਾਰ ਕੀਤਾ ਤਾਂ ਤਾਜਪੋਸ਼ੀ ਉਸ ਤੋਂ ਬਾਅਦ ਸਾਹੂ ਜੀ ਮਹਾਰਾਜ ਨੇ ਕਿਹਾ ਕਿ ਜੇ ਇਹ ਨਹੀਂ ਕਰਦੇ ਤਾਂ ਇਹਨਾਂ ਨੂੰ ਰਹਿਣ ਦਿਓ। ਔਰ ਉਹਨਾਂ ਨੇ ਖੱਤਰੀ ਜਗਤ ਗੁਰੂ
ਜੀ ਖਸ਼ਤਰੀਆਂ ਵਿੱਚੋਂ ਸੀਗੇ, ਛੋਟੀ ਮਤਲਬ ਬ੍ਰਾਹਮਣਾਂ ਤੋਂ ਥੱਲੇ ਖਸ਼ਤਰੀ ਆਉਂਦੇ ਆ। ਹਾਂਜੀ ਹਾਂਜੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਮਤਲਬ ਜਿਹਨੂੰ ਕਹਿ ਲਓ ਕਿ ਪਾਦਰੀ ਸੀਗਾ ਜਾਂ ਉਹ ਮਤਲਬ ਪੰਡਤ ਸੀਗਾ, ਉਹਦੇ ਕੋਲੋਂ ਤਾਜਪੋਸ਼ੀ ਕਰਾਈ। ਦੇਖੋ ਸ਼ੁਰੂ ਦੇ ਵਿੱਚ ਹੀ ਉਹਨਾਂ ਦੇ ਨਾਲ ਇਹੋ ਜਿਹਾ ਵਿਤਕਰਾ ਸ਼ੁਰੂ ਹੋ ਗਿਆ। ਔਰ ਬਾਬਾ ਸਾਹਿਬ ਦੇ ਨਾਲ ਉਹਨਾਂ ਦਾ ਬਚਪਨ ਜਿਹੜਾ ਮੈਂ ਪਹਿਲਾਂ ਹੀ ਦੱਸਿਆ ਕਿ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਬਾਬਾ ਸਾਹਿਬ ਦੇ ਨਾਲ ਵਿਤਕਰਾ ਹੁੰਦਾ ਰਿਹਾ, ਇਹਨਾਂ ਦੇ ਨਾਲ ਵੀ ਵਿਤਕਰਾ ਹੁੰਦਾ ਗਿਆ, ਕਿਉਂਕਿ ਇਹ ਇੱਕ ਅਡਾਪਟਡ ਬੱਚਾ ਸੀਗਾ। ਔਰ ਇਹਨਾਂ ਦਾ ਜਿਹੜਾ ਫਾਦਰ ਸੀਗਾ, ਜਿਸ ਤਰ੍ਹਾਂ ਮੈਂ ਕਿਹਾ OBC ਕਮਿਊਨਿਟੀ ਨਾਲ ਬਿਲੋਂਗ ਕਰਦਾ ਸੀਗਾ। ਸੋ ਉਹ ਜਿੰਨੇ ਵੀ ਸੀਗੇ ਸ਼ਾਹੀ ਘਰਾਣੇ ਦੇ ਵਿੱਚ ਮੈਜੋਰਟੀ ਜਿਹੜੇ ਸੀਗੇ ਉਹ ਬ੍ਰਾਹਮਣ ਸਨ। ਜਿਹੜੇ EMPLOYE ਸੀਗੇ ਜਾਂ ਮੰਤਰੀ ਸਨ, ਕੁਛ ਵੀ ਸਨ, ਉਹ ਸਾਰੇ ਦੇ ਸਾਰੇ ਤਕਰੀਬਨ 90% ਬ੍ਰਾਹਮਣ ਸਨ। ਔਰ ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਜਾਤੀ ਵਿਤਕਰਾ, ਧਾਰਮਿਕ ਵਿਤਕਰਾ ਉਹ ਉਹਨਾਂ ਨੇ ਸ਼ੁਰੂ ਤੋਂ ਹੀ ਕਰ ਲਿਆ। ਔਰ ਸਾਹੂ ਜੀ ਮਹਾਰਾਜ ਨੂੰ ਇਸ ਗੱਲ ਦੀ ਬਿਲਕੁਲ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਜਾਤ ਪਾਤ ਜਿਹੜੀ ਆ ਉਹ ਮੋਹਰੇ ਰੱਖ ਕੇ ਮੇਰੇ ਨਾਲ ਵਿਤਕਰਾ ਜਿਹੜਾ ਉਹ ਕਰ ਰਹੇ ਆ ਹੈ ਨੀ। ਔਰ ਕਈ ਦਫਾ ਇਹ ਵੀ ਹੋਇਆ ਕਿ ਉਹ ਕਿਤੇ ਕੋਈ ਪ੍ਰੋਗਰਾਮ ਕਰਨ ਜਾਂਦੇ ਆ ਔਰ ਉੱਥੇ ਜੋ ਰੀਤੀ ਰਿਵਾਜ ਹੈਗਾ ਉੱਥੇ ਆਮ ਤੌਰ ਤੇ ਪਹਿਲਾਂ ਤੋਂ ਸ਼ੁਰੂ ਤੋਂ ਜਿਹੜਾ ਚੱਲਦਾ ਸੀਗਾ ਉਹ ਬ੍ਰਾਹਮਣ ਰੀਤੀ ਰਿਵਾਜ ਦੇ ਨਾਲ ਸੀ। ਉੱਥੇ ਜਿਹੜੇ ਪੰਡਤ ਲੈ ਕੇ ਜਾਂਦੇ ਸੀਗੇ ਔਰ ਬ੍ਰਾਹਮਣ ਕਰਦੇ ਸਨ। ਔਰ ਇੱਕ ਦਫਾ ਉਹ ਲੈ ਕੇ ਕਿਤੇ ਗਏ ਤਾਂ ਉਹਨਾਂ ਨੇ ਜਿਹੜੇ ਉਹ ਕਹਿੰਦੇ ਆ ਕਿ ਉਹ ਪਾਠ ਪੜ੍ਹਨਾ ਸੀਗਾ, ਕੀ ਸੀਗਾ ਉਹ ਵੇਦ ਕਥਾ ਦਾ ਮੰਤਰ ਜਿਹੜਾ ਸੀਗਾ ਉਹ ਪੜ੍ਹਨਾ ਸੀਗਾ, ਉਹਦੀ ਬਜਾਏ ਉਹਨਾਂ ਨੇ ਪੁਰਾਣ ਕਥਾ ਦਾ ਮੰਤਰ ਪੜ੍ਹ ਦਿੱਤਾ, ਜਾਣ ਬੁੱਝ ਕੇ ਪੜ੍ਹਿਆ। ਔਰ ਸਾਹੂ ਜੀ ਮਹਾਰਾਜ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਔਰ ਉਹ ਬੜੇ ਪਰੇਸ਼ਾਨ ਹੋਏ ਕਿ ਇਹ ਜੋ ਕੁਛ ਅਸੀਂ ਕਰਨਾ ਚਾਹੁੰਦੇ ਆ ਇਹ ਕਰਦੇ ਨਹੀਂ। ਉਹਨਾਂ ਨੇ ਫੈਸਲਾ ਕਰ ਲਿਆ ਕਿ ਅੱਗੋਂ ਤੋਂ ਕੋਈ ਵੀ ਪ੍ਰੋਗਰਾਮ ਮੇਰਾ ਧਾਰਮਿਕ ਹੋਏਗਾ ਉਹ ਬ੍ਰਾਹਮਣਾਂ ਕੋਲੋਂ ਨਹੀਂ ਹੋਊਗਾ ਜੀ, ਹੈ ਜੀ, ਉਹ ਬ੍ਰਾਹਮਣ ਨਹੀਂ ਕਰੂਗੇ। ਉਹਨਾਂ ਨੇ ਕਿਹਾ ਕਿ ਖਸ਼ਤਰੀ ਜਿਹੜੇ ਹੈਗੇ ਆ ਉਹ ਮੇਰਾ ਕੋਈ ਵੀ ਪ੍ਰੋਗਰਾਮ ਹੈਗਾ ਧਾਰਮਿਕ ਉਹ ਕਰੂਗੇ। ਜੇ ਉਹਨਾਂ ਨੇ ਬਾਹਰ ਵੀ ਕਿਤੇ ਜਾ ਕੇ ਕਦੀ ਕੋਈ ਪ੍ਰੋਗਰਾਮ ਕਰਨਾ ਜਾਂ ਅਟੈਂਡ ਕਰਨਾ ਹੁੰਦਾ ਸੀਗਾ ਤਾਂ ਫਿਰ ਵੀ ਉਹ ਖਸ਼ਤਰੀ ਜਿਹੜਾ ਸੀਗਾ ਪ੍ਰੋਤ ਉਹਨੂੰ ਨਾਲ ਲੈ ਕੇ ਜਾਂਦੇ ਸੀਗੇ, ਹੈ ਜੀ। ਹਾਂ, ਇਹ ਉਹਨਾਂ ਦੀ ਮਤਲਬ ਸ਼ੁਰੂ ਤੋਂ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹੋ ਜਿਹਾ ਕੰਮ ਮੇਰੇ ਨਾਲ ਹੋ ਰਿਹਾ ਹੈ ਜੀ। ਹਾਂਜੀ, ਆਪਣੇ ਬੈਂਸ ਸਾਹਿਬ ਉਹਨਾਂ ਦੇ ਜਦੋਂ ਰਾਜ ਪ੍ਰਬੰਧ ਵਿੱਚ ਉਹਨਾਂ ਨੇ ਸੰਭਾਲਿਆ ਹੈਗਾ ਆ ਜੀ ਜੀ, ਤੇ ਉਹਨਾਂ ਦੀ ਕੀ ਰੇਸ਼ੋ ਸੀਗੀ ਤੇ ਬ੍ਰਾਹਮਣ ਕਿੰਨੇ ਕੁ ਸੀਗੇ ਤੇ ਜਿੰਨੇ ਕਿ ਉਹ ਪੂਰੀ ਰੇਸ਼ੋ ਦੇ ਹਿਸਾਬ ਦੇ ਨਾਲ ਸੀਗੇ, ਜਿੰਨੀ ਪਬਲਿਕ ਸੀਗੀ, ਜਿੰਨੀ ਕੁ ਅਛੂਤ ਸੀਗੇ ਜਾਂ ਦੂਸਰੇ ਛੋਟੀਆਂ ਜਾਤਾਂ ਦੇ ਸੀਗੇ, ਉਹਨੇ ਪੂਰੀਆਂ ਉਹਨਾਂ ਨੂੰ ਜੋਬਾਂ ਮਿਲਦੀਆਂ ਸੀ ਜਾਂ ਨਹੀਂ ਮਿਲਦੀਆਂ ਸਨ? ਬਿਲਕੁਲ ਨਹੀਂ ਮਿਲਦੀਆਂ ਸਨ। ਉਹਨਾਂ ਦੀ ਜਿਹੜੀ ਰੇਸ਼ੋ ਮੈਂ ਦੱਸਣ ਲੱਗਾ ਬਹੁਤ ਟਾਈਮ ਲੱਗਣਾ ਹੈਗਾ। ਮੁੱਖ ਦੀ ਗੱਲ ਇਹ ਆ ਕਿ ਜਿਹੜੇ ਉਹਨਾਂ ਨੂੰ ਅਹਿਸਾਸ ਹੋਇਆ ਭਈ ਵਿਤਕਰਾ ਬਹੁਤ ਹੋ ਰਿਹਾ ਔਰ ਛੂਆਛਾਤ ਬਹੁਤ ਹੋ ਰਹੀ ਆ, ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਵਿਤਕਰਾ ਹੋ ਰਿਹਾ, ਤਾਂ ਉਹਨਾਂ ਨੇ ਤਹਈਆ ਕਰ ਲਿਆ ਕਿ ਜਿਹੜਾ ਸਮਾਜ ਹੈਗਾ ਇਹਦੇ ਵਿੱਚ ਤਬਦੀਲੀ ਲਿਆਉਣੀ ਜ਼ਰੂਰੀ ਆ ਜੀ। ਔਰ ਉਹਨਾਂ ਨੇ ਤਬਦੀਲੀ ਲਿਆਉਣ ਲਈ ਸਮਾਜ ਸੁਧਾਰ ਦੀਆਂ ਗੱਲਾਂ ਬਹੁਤ ਕੀਤੀਆਂ, ਰਾਜਨੀਤਿਕ ਸੁਧਾਰ, ਪੋਲੀਟੀਕਲ ਸੁਧਾਰ, ਧਾਰਮਿਕ ਸੁਧਾਰ ਔਰ ਸਮਾਜ ਸੁਧਾਰ, ਸਾਰੀਆਂ ਗੱਲਾਂ ਉਹਨਾਂ ਨੇ ਕੱਲੀ ਨੂੰ ਉਹਨਾਂ ਨੇ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਲਿਆ, ਉਹਨਾਂ ਨੇ ਬਾਰੀ ਕੱਲੀ ਜਿਹੜੀ ਹੈ ਚੀਜ਼ ਉਹਦੇ ਵਿੱਚ ਸੁਧਾਰ ਲਿਆਂਦਾ। ਔਰ ਜੇ ਮੈਂ ਕਹਾਂ ਤੁਸੀਂ ਮੰਨ ਲਓ ਰਿਜ਼ਰਵੇਸ਼ਨ ਦੀ ਗੱਲ ਕੀਤੀ ਆ, ਔਰ ਪਹਿਲੇ ਹੋਏ ਸਾਹੂ ਜੀ ਮਹਾਰਾਜ ਜਿਨ੍ਹਾਂ ਨੇ 50% ਰਿਜ਼ਰਵੇਸ਼ਨ ਜਿਹੜੀ ਆ ਉਹ ਪਛੜੇ ਲੋਕਾਂ ਨੂੰ ਦਿੱਤੀ ਪਹਿਲਾਂ ਤੋਂ ਹੀ, ਹਾਂਜੀ। ਔਰ ਇਹ ਆ ਕਿ ਉਹਨਾਂ ਨੇ ਇੱਕ ਤਹਈਆ ਕਰ ਲਿਆ, ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਕਿ ਇਕੁਐਲਿਟੀ, ਲਿਬਰਟੀ ਔਰ ਜਸਟਿਸ ਜਾਂ ਭਾਈਚਾਰਾ, ਫਰੈਟਰਨਿਟੀ, ਇਹੋ ਹੀ ਉਹਨਾਂ ਦਾ ਆਪਣਾ ਵੀ ਨਾਰਾ ਸੀਗਾ ਕਿ ਹਰ ਇੱਕ ਮਹਿਕਮੇ ਦੇ ਵਿੱਚ ਕੋਈ ਵੀ ਗੱਲ ਹੋਵੇ ਉੱਥੇ ਨਫ਼ਰਤ ਨਹੀਂ ਹੋਣੀ ਚਾਹੀਦੀ, ਛੂਆਛਾਤ ਨਹੀਂ ਹੋਣੀ ਚਾਹੀਦੀ। ਜੇ ਹੋਵੇ ਤਾਂ ਉਹ ਮਤਲਬ ਓਪਨਲੀ ਮਤਲਬ ਉਹਨੂੰ ਲਿਆਂਦਾ ਜਾਵੇ, ਉਹਦੇ ਤੇ ਫੈਸਲਾ ਕੀਤਾ ਜਾਵੇ। ਔਰ ਉਹਨਾਂ ਨੇ ਦੇਖੋ ਇਹ ਆ ਕਿ ਕੱਲੀ ਐਜੂਕੇਸ਼ਨ ਨਹੀਂ, ਕੱਲੀ ਇਹ ਆ ਕਿ ਰਿਜ਼ਰਵੇਸ਼ਨ ਨਹੀਂ, ਜਿਹੜੀ ਐਜੂਕੇਸ਼ਨ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਮੈਜੋਰਿਟੀ ਹੈਗੀ ਆ
ਉਹਨਾਂ ਨੂੰ ਮੰਨ ਲਓ ਜਿਹੜੇ ਪਛੜੇ ਲੋਕ ਆ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਜੀ। ਹੈ ਜੀ, ਕਿਉਂਕਿ ਉਸ ਟਾਈਮ ਤੇ ਤਕਰੀਬਨ 10% ਮਸਾਂ ਹੀ ਜਿਹੜੇ ਸੀਗੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਲੋਕ ਜਿਹੜੇ ਐਜੂਕੇਸ਼ਨ 'ਚ ਸੀਗੇ, ਉਹਨਾਂ ਨੇ ਕਿਹਾ ਕਿ ਇਹ 90% ਕਰੋ ਜੀ। ਹੈ ਜੀ। ਉਹਨਾਂ ਨੇ ਵਧਾ ਕੇ ਐਜੂਕੇਸ਼ਨ ਜਿਹੜੀ ਹੈਗੀ ਆ ਉਹਨੂੰ ਬੜੀ ਤਰਜੀਹ ਦਿੱਤੀ। ਉਹਦੀ ਵਜ੍ਹਾ ਇਹ ਹੋਈ ਸੀਗੀ, ਉਹਨਾਂ ਨੇ ਕਿਹਾ ਵੀ ਜੇ ਇਹ ਅਨਪੜ੍ਹ ਰਹਿ ਗਿਆ ਤਾਂ ਜਿਹੜੀਆਂ ਨੌਕਰੀਆਂ ਹੈਗੀਆਂ ਉਹਦੇ ਵਿੱਚ ਰਿਜ਼ਰਵੇਸ਼ਨ ਦਾ ਕੋਈ ਫਾਇਦਾ ਨਹੀਂ ਹੈ, ਬਿਲਕੁਲ। ਕਿਉਂਕਿ ਜਿਹੜੀ ਨੌਕਰੀ ਹੈਗੀ ਆ ਉਹ ਪੜ੍ਹੇ ਲਿਖੇ ਹੀ ਕਰ ਸਕਦੇ ਆ। ਔਰ ਉਹਨਾਂ ਨੇ ਕਿਹਾ ਕਿ ਰਿਜ਼ਰਵੇਸ਼ਨ ਜਿਹੜੀ ਆ 50% ਮੈਂ ਦਿੱਤੀ ਆ, ਉਹਨੂੰ ਪੂਰਾ ਕਰਨ ਲਈ ਇਹਨਾਂ ਨੂੰ ਪੜ੍ਹਾਇਆ ਵੀ ਜਾਵੇ। ਸੋ ਇਸ ਕਰਕੇ ਉਹਨਾਂ ਨੇ 90% ਤੱਕ ਜਿਹੜੀ ਆ ਇਹ ਐਜੂਕੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਮਤਲਬ ਰਿਜ਼ਰਵੇਸ਼ਨ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੰਚਾਇਤੀ ਰਾਜ ਜਿਹੜਾ ਉਹਨਾਂ ਨੇ ਬਹਾਲ ਕੀਤਾ ਪਿੰਡਾਂ ਦੇ ਵਿੱਚ, ਔਰ ਪੰਚਾਇਤੀ ਰਾਜ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਲੀਡਰਸ਼ਿਪ ਹੈ ਉਹ ਜਿੱਥੇ ਮੈਜੋਰਿਟੀ ਹੈਗੀ ਆ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੀ ਹੈਗੀ ਆ ਜਾਂ OBC ਦੀ ਹੈਗੀ ਆ, ਉੱਥੇ ਜਿਹੜੇ ਹੈਗੇ ਆ ਪਿੰਡ ਦਾ ਜਾਂ ਸ਼ਹਿਰ ਦਾ ਮੁਖੀਆ ਜਿਹੜਾ ਹੈਗਾ ਉਹ ਇਹਨਾਂ ਦੇ ਵਿੱਚੋਂ ਹੋਣਾ ਚਾਹੀਦਾ, ਦਲਿਤਾਂ ਦੇ ਵਿੱਚੋਂ ਹੋਣਾ ਚਾਹੀਦਾ ਹੈ ਜੀ। ਹੁਣ ਵੀ ਰਿਜ਼ਰਵ ਹੈਗੇ ਪਿੰਡ, ਮੈਂ ਜਾ ਕੇ ਆਇਆ ਕਿ ਸਾਡਾ ਪਿੰਡ ਵੀ ਰਿਜ਼ਰਵ ਦੇ ਵਿੱਚ ਆਉਂਦਾ ਕਿ ਪੰਚਾਇਤ ਦਾ ਕੋਈ ਵੀ ਸਰਪੰਚ ਹੋਏਗਾ ਉਹ ਮੰਨ ਲਓ ਸ਼ਡਿਊਲ ਕਾਸਟ ਚੋਂ ਹੋਏਗਾ। ਪੰਜਾਬ ਦੇ ਵਿੱਚ ਹੈਗਾ, ਇੰਡੀਆ ਦੇ ਵਿੱਚ ਵੀ ਹੈਗਾ, ਪਰ ਕਿਸੇ ਥਾਂ ਤੇ ਉਹ ਇੰਪਲੀਮੈਂਟ ਕਰਦੇ, ਕਿਸੇ ਥਾਂ ਤੇ ਨਹੀਂ ਕਰਦੇ ਹੈਗੇ। ਰਿਜ਼ਰਵ ਪਿੰਡ ਰੱਖੇ ਹੋ ਆ ਕਿ ਉੱਥੇ ਪੰਚਾਇਤ ਦਾ ਜਿਹੜਾ ਸਰਪੰਚ ਹੋਏਗਾ ਸ਼ਡਿਊਲ ਕਾਸਟਾਂ 'ਚ ਹੋਏਗਾ ਜਾਂ ਸ਼ਡਿਊਲ ਟਰਾਈਬ 'ਚ ਹੋਏਗਾ। ਹਾਂਜੀ। ਔਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਸਮਾਜ ਸੁਧਾਰ ਸੀਗਾ ਉਹਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਸਨ। ਬੈਕਵਰਡ ਬਲਾਈਂਡ ਫੇਥ ਸੀਗੀ, ਔਰ ਖ਼ਾਸ ਤੌਰ ਤੇ ਜਿਹੜਾ ਸੀਗਾ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਲਿਆਂਦਾ, ਇਹਨਾਂ ਨੇ ਵੀ ਹਿੰਦੂ ਕੋਡ ਬਿੱਲ ਲਿਆਂਦਾ, ਔਰ ਲਿਆਂਦਾ ਥੋੜ੍ਹਾ ਜਿਹਾ ਲੇਟ। ਉਹਨਾਂ ਦੀ ਜਿਹੜੀ ਆ ਦੇਹਾਂਤ ਹੋਇਆ ਉਸ ਤੋਂ 2 ਸਾਲ ਪਹਿਲਾਂ, ਪਰ ਕਈ ਗੱਲਾਂ ਜਿਹੜੀਆਂ ਹੈਗੀਆਂ ਉਹ ਆ ਕਿ ਹਿੰਦੂ ਕੋਡ ਬਿੱਲ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀਆਂ ਖਤਮ ਕਰ ਦਿੱਤੀਆਂ। ਉਹ ਕੀ ਸੀਗੀਆਂ? ਸਭ ਤੋਂ ਪਹਿਲਾਂ ਇਹ ਸੀਗੀ ਕਿ ਵਿਡੋ ਮੈਰਿਜ। ਅੱਛਾ ਜੀ। ਕੋਈ ਔਰਤ ਵਿਡੋ ਹੋ ਜਾਂਦੀ ਆ, ਉਹਨੂੰ ਮੈਰਿਜ ਕਰਨ ਦਾ, ਦੂਸਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ਜੀ। ਔਰ ਉਹ ਕਿੱਥੇ ਜਾਂਦੀ ਸੀ? ਉਹ ਜਾਂਦੀ ਸੀਗੀ ਮੰਦਿਰਾਂ ਦੇ ਵਿੱਚ, ਦੇਵਦਾਸੀਆਂ ਬਣਦੀਆਂ ਸਨ ਜੀ। ਔਰ ਉਹ ਤੁਹਾਨੂੰ ਪਤਾ ਕਿ ਦੇਵਦਾਸੀਆਂ ਦੇ ਉੱਤੇ ਵੀ ਮੈਂ ਕਈ ਦਫਾ ਪ੍ਰੋਗਰਾਮ ਕੀਤਾ ਹੈਗਾ ਕਾਂਸ਼ੀ TV ਦੇ ਉੱਤੇ, ਕਿ ਉਹ ਦੇਵਦਾਸੀਆਂ ਜਿਹੜੀਆਂ ਮੰਦਿਰਾਂ 'ਚ ਜਾਂਦੀਆਂ ਸੀ ਉਹਨਾਂ ਦੇ ਉੱਤੇ ਇੰਨੀ ਪਾਬੰਦੀ ਸੀ, ਉਹ ਰੰਗਦਾਰ ਕੱਪੜਾ ਨਹੀਂ ਪਹਿਨ ਸਕਦੀਆਂ ਸੀ, ਚਿੱਟੇ ਕੱਪੜੇ ਪਹਿਨਦੀਆਂ ਸਨ ਜੀ। ਔਰ ਫਿਰ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਵਿਆਹ ਕਰਨ ਦੀ, ਸ਼ਾਦੀ ਕਰਨ ਦੀ, ਦੂਜੀ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਸੀ। ਜਿਹੜੇ ਮੇਲ ਸੀਗੇ ਉਹਨਾਂ ਨੂੰ ਸੀਗੀ ਜੀ। ਔਰ ਜੇ ਇਜਾਜ਼ਤ ਨਹੀਂ ਸੀ ਤਾਂ ਦੇਖੋ ਉਹ ਜਿਹੜੇ ਬੱਚੇ ਵੀ ਉੱਥੇ ਹੁੰਦੇ ਸੀ ਉਹਨਾਂ ਦੇ, ਉਹ ਕਿੱਥੋਂ ਆਉਂਦੇ ਸੀਗੇ? ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿ ਮੰਦਿਰ ਦੇ ਵਿੱਚ ਕੌਣ ਹੁੰਦਾ ਸੀਗਾ। ਸਭ ਤੋਂ ਜ਼ਿਆਦਾ ਇੰਚਾਰਜ ਪ੍ਰੋਹਤ ਹੁੰਦੇ ਸੀਗੇ ਜੀ ਜੀ। ਹਾਂਜੀ, ਬਿਲਕੁਲ। ਔਰ ਉਹ ਬੱਚੇ ਕਿੱਥੋਂ ਆਉਂਦੇ ਸੀ? ਔਰ ਉਹਨਾਂ ਬੱਚਿਆਂ ਨੂੰ, ਪਿਆਰੇ ਦਰਸ਼ਕੋ, ਜਿਹੜੇ ਮਹਾ ਆਤਮਾ ਜਿਹਨਾਂ ਨੂੰ ਕਹਿੰਦੇ ਆ, ਬਹੁਤ ਵੱਡੇ ਗਾਂਧੀ ਜੀ, ਮੋਹਨਦਾਸ ਗਾਂਧੀ ਜੀ, ਉਹੀ ਚਾਹੁੰਦਾ ਸੀ, ਪਰ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਨਾਂ ਦਿੱਤਾ ਹਰੀਜਨ, ਔਰ ਹਰੀਜਨ ਦੇ ਬੇਟੇ ਆ। ਉਹ ਕੱਲੇ ਉਹਨਾਂ ਨੂੰ ਨਹੀਂ, ਉਹਨਾਂ ਨੇ ਸਾਰਿਆਂ ਨੂੰ ਕਹਿਤਾ ਕਿ ਜਿੰਨੇ ਸ਼ਡਿਊਲ ਕਾਸਟ ਸ਼ਡਿਊਲ ਟਰਾਈਬਸ ਹੈਗੇ ਆ ਇਹ ਹਰੀਜਨ ਦੇ ਬੇਟੇ ਆ। ਹਾਂਜੀ, ਇਹ ਹਰੀਜਨ ਨਾਂ ਦੇਤਾ। ਔਰ ਉਹਦੇ ਜਵਾਬ ਦੇ ਵਿੱਚ ਬਾਬਾ ਸਾਹਿਬ ਨੇ ਕਿਹਾ ਕਿ ਚਲੋ ਜੇ ਹਰੀਜਨ ਦੇ ਬੇਟੇ ਆ, ਰੱਬ ਦੇ ਬੇਟੇ ਆ, ਔਰ ਬਾਕੀ ਜਿਹੜੀ ਲੋਕ ਹੈਗੇ ਆ, ਖੱਤਰੀ ਹੈਗੇ ਆ, ਬ੍ਰਾਹਮਣ ਹੈਗੇ ਆ, ਜਾਂ ਜਿਹੜੇ ਹੈਗੇ ਤੀਜੀ ਜਾਤ ਹੈਗੇ ਆ, ਉਹ ਕਿਹਦੇ ਬੇਟੇ ਹੋਏ? ਹਾਂਜੀ, ਹੈ ਕਿਆ ਉਹ ਬਾਂਦਰ ਕੀ ਔਲਾਦ ਹੈ? ਇਹ ਬਾਬਾ ਸਾਹਿਬ ਦਾ ਜਵਾਬ ਸੀਗਾ ਹੈ। ਅੱਛਾ, ਔਰ ਉਹ ਜਿਹੜੀ ਆ ਦੂਜਾ ਵਿਆਹ ਕਰਦੀ ਉਹਨਾਂ ਨੇ ਇਜਾਜ਼ਤ ਦਿੱਤੀ, ਔਰ ਉਹਨਾਂ ਨੂੰ ਜਿਹੜਾ ਜੀਵਨ ਸੀਗਾ ਉਹਨਾਂ ਦਾ ਆਪਣਾ, ਉਹ ਇੱਕ ਦੇਵਦਾਸੀਆਂ ਵਾਲਾ ਜਿਹੜਾ ਉਹ ਖਤਮ ਕੀਤਾ ਜੀ। ਔਰ ਉਹਦੇ ਨਾਲ ਇੱਕ ਇਹ ਵੀ ਸੀਗੀ ਪ੍ਰਥਾ, ਜਿਹਨੂੰ ਕਹਿੰਦੇ ਆ ਕਿ ਘਰ ਵਾਲਾ ਮਰ ਜਾਵੇ ਤੇ ਉਹਦੇ ਨਾਲ ਹੀ ਉਹਨੂੰ ਜਾਲ ਦਿਓ, ਸਤੀ ਪ੍ਰਥਾ, ਉਹਨੂੰ ਵੀ ਉਹਨਾਂ ਨੇ ਬੰਦ ਕੀਤਾ ਜੀ। ਔਰ ਤੀਜੀ ਇਹ ਸੀਗੀ ਕਿ ਚਾਈਲਡ ਮੈਰਿਜ। ਹਾਂਜੀ, ਚਾਈਲਡ ਮੈਰਿਜ, ਪਿਆਰੇ ਦਰਸ਼ਕੋ, ਤੁਹਾਡੇ ਇਨਫੋਰਮੇਸ਼ਨ ਲਈ, ਮੇਰਾ ਚਾਈਲਡ ਮੈਰਿਜ ਹੀ ਹੋਇਆ ਸੀਗਾ। ਮੈਂ ਸਾਰੀ ਗੱਲ ਨਹੀਂ ਦੱਸੂਗਾ ਹੁਣ ਇਸ ਲਈ, ਫਿਰ ਕਿਤੇ ਸਹੀ। ਔਰ ਚਾਈਲਡ ਮੈਰਿਜ ਦਾ ਮਤਲਬ ਇਹ ਆ ਕਿ ਬੱਚਿਆਂ ਦੇ ਵਿਆਹ ਕਰ ਦਿੰਦੇ। ਸਾਰਿਆਂ ਨੂੰ ਪਤਾ ਭਈ 5 ਸਾਲ ਦਾ, 10 ਸਾਲ ਦਾ, 20 ਸਾਲ ਦੇ ਬੱਚੇ ਨੂੰ
ਮੰਨ ਲਓ 18 ਸਾਲ ਬਾਲਗ ਹੋਣ ਤੋਂ ਪਹਿਲਾਂ ਵਿਆਹ ਕਰ ਦਿੰਦੇ ਸੀ। ਜੀ। ਫੋਰ ਐਗਜ਼ਾਮਪਲ ਜੇ 8 ਸਾਲ ਦਾ ਲੜਕੀ ਆ 9 ਸਾਲ ਦਾ ਲੜਕਾ ਹੈਗਾ, ਉਹਨਾਂ ਦਾ ਵਿਆਹ ਕਰ ਦਿੱਤਾ, ਉਹ ਲੜਕਾ ਕਿਸੇ ਗੱਲ ਕਰਕੇ ਉਹ ਮਰ ਜਾਂਦਾ ਜੀ। ਉਹ ਜਿਹੜੀ ਬੱਚੀ 8-9 ਸਾਲ ਦੀ ਉਹਨੂੰ ਵਿਧਵਾ ਗਿਣਿਆ ਜਾਂਦਾ ਸੀ। ਹਾਂ। ਔਰ ਉਹ ਹਾਲਾਂਕਿ ਆਪਣੇ ਸਹੁਰੇ ਘਰ ਵੀ ਨਹੀਂ ਗਈ ਹੁੰਦੀ ਸੀ। ਕਿੱਡਾ ਬੜਾ ਜ਼ੁਲਮ ਆ। ਉਹਨੂੰ ਵਿਧਵਾ ਗਿਣ ਕੇ ਔਰ ਉਹਨੂੰ ਵੀ ਮੰਦਰਾਂ ਦੇ ਵਿੱਚ ਦੇਵਦਾਸੀਆਂ ਦਾ ਜੀਵਨ ਬਤੀਤ ਕਰਨ ਲਈ ਉਹਨੂੰ ਮਜਬੂਰ ਕੀਤਾ ਜਾਂਦਾ ਸੀ। ਦੇਖੋ ਉਹਦੀ ਸਾਰੀ ਉਮਰ, ਜਿਹਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਮੇਰਾ ਵਿਆਹ ਹੋਇਆ ਕਿ ਨਹੀਂ ਹੋਇਆ, ਹੈ ਜੀ। ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਭਾਈ ਜਿਨ੍ਹਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਸੀ ਵੀ ਵਿਆਹ ਹੋਇਆ ਕਿ ਨਹੀਂ ਹੋਇਆ। ਜੀ ਜੀ। ਹੈ ਜੀ। ਔਰ ਬਾਅਦ ਦੇ ਵਿੱਚ ਉਹ ਜਿਸਲੇ ਕਹਿੰਦੇ ਮੁਕਲਾਵਾ ਆ ਗਿਆ, ਉਹਨੂੰ ਵਿਆਹ ਮੰਨਦੇ ਸੀਗੇ। ਹਾਂਜੀ ਹਾਂਜੀ, ਇੱਕ ਰਸਮ ਦੇ ਮੁਤਾਬਕ। ਹਾਂਜੀ। ਸੋ ਉਹਨਾਂ ਨੇ ਜਿਹੜੀ ਇਹ ਆ ਕਿ ਵਿਡੋ ਜਿਹੜੀ ਹੈਗੀ ਆ ਉਹ ਪ੍ਰਥਾ ਖਤਮ ਕੀਤੀ, ਦੇਵਦਾਸੀ ਦੀ ਪ੍ਰਥਾ ਖਤਮ ਕੀਤੀ, ਚਾਈਲਡ ਮੈਰਿਜ ਖਤਮ ਕੀਤੀ, ਔਰ ਦੇਵਦਾਸੀਆਂ ਦੀ ਪ੍ਰਥਾ ਜਿਹੜੀ ਆ ਉਹ ਖਤਮ ਕੀਤੀ ਪਿਆਰੇ ਦਰਸ਼ਕੋ। ਔਰ ਕਈ ਹੋਰ ਸਹੂਲਤਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਮੈਂ ਬਾਅਦ ਦੇ ਵਿੱਚ ਗੱਲ ਕਰਾਂਗਾ। ਇਹ ਇੱਕ ਬਹੁਤ ਹੀ ਸਮਾਜਿਕ ਸੁਧਾਰ ਦੀ ਗੱਲ ਹੈਗੀ ਆ ਜੀ। ਹਾਂਜੀ ਜੀ। ਹਾਂਜੀ, ਆਪਣੇ ਬੈਂਸ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਕੀਤੀ ਆ ਕਿ ਜਦ ਕਿ ਬ੍ਰਾਹਮਣ ਦੀ ਜਿਹੜੀ ਆਬਾਦੀ ਸੀ ਸਿਰਫ 5% ਸੀਗੀ। ਹਾਂਜੀ ਜੀ। ਹੈ ਨਾ, 5% ਸੀ ਰਿਆਸਤ ਦੇ ਵਿੱਚ, ਜਿਨ੍ਹਾਂ ਦੀ 26,000 ਗਿਣਤੀਆਂ ਵਾਲੀ ਜਾਤੀ ਦੇ ਵਿੱਚ ਸਿਰਫ 46 ਪ੍ਰਾਈਵੇਟ ਮੈਂਬਰ ਸਨ। ਬਿਲਕੁਲ ਬਿਲਕੁਲ। ਹਾਂਜੀ। ਤੇ ਬਾਕੀ ਸਾਰੇ ਜੋ ਸੀ ਉਹ ਸਾਰੇ ਬ੍ਰਾਹਮਣਾਂ ਵਾਲੀ ਸੀਗੀ। ਤਾਂ ਉਹਨਾਂ ਨੇ ਸਾਰਾ ਇਸ ਤੋੜ ਕੇ 50% ਜੋ ਰਿਜ਼ਰਵੇਸ਼ਨ ਦਾ ਕਾਨੂੰਨ ਬਣਾਇਆ। ਇਸੇ ਕਰਕੇ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਜਨਕ ਕਿਹਾ ਜਾਂਦਾ ਆ। ਬਿਲਕੁਲ ਬਿਲਕੁਲ। ਹਾਂਜੀ। ਤੇ ਹਾਂਜੀ ਬੈਂਸ ਸਾਹਿਬ, ਕੀ ਸ਼ਾਹੂ ਜੀ ਮਹਾਰਾਜ ਦਾ ਡਾਕਟਰ ਅੰਬੇਡਕਰ ਮੂਵਮੈਂਟ ਦੇ ਨਾਲ ਕੋਈ ਸੰਬੰਧ ਸੀ? ਇਹ ਦੇਖੋ ਬਾਬਾ ਸਾਹਿਬ ਦੀ ਜਿਹੜੀ ਫੋਰਨ ਐਜੂਕੇਸ਼ਨ ਸੀਗੀ ਉਹ ਸਾਹੂ ਜੀ ਮਹਾਰਾਜ ਨੇ ਉਹ ਸ਼ੁਰੂ ਕੀਤੀ, ਉਹਨੂੰ ਫਾਈਨੈਂਸ ਜਿੰਨਾ ਸੀਗਾ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ। ਇੱਕ ਤਾਂ ਇਹ ਸੀ ਕਿ ਸਾਹੂ ਜੀ ਮਹਾਰਾਜ ਉਹਨਾਂ ਨੂੰ ਗ੍ਰਾਂਟ ਨਾ ਦਿੰਦੇ, ਹੋ ਸਕਦਾ ਉਹ ਪੜ੍ਹ ਵੀ ਨਾ ਸਕਦੇ ਜੀ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਆ। ਔਰ ਨਾਲ ਹੀ ਇਹ ਹੈਗੀ ਆ ਕਿ ਸਭ ਤੋਂ ਪਹਿਲਾਂ ਮੇਰਾ ਖਿਆਲ 1921 ਦੇ ਵਿੱਚ ਮੁੱਖ ਨਾਇਕ ਜੀ ਅਖਬਾਰ ਬਾਬਾ ਸਾਹਿਬ ਨੇ ਕੱਢਿਆ, ਔਰ ਜਿਹਦੇ ਲਈ ਸਾਹੂ ਜੀ ਮਹਾਰਾਜ ਨੇ ਗ੍ਰਾਂਟ ਦਿੱਤੀ ਔਰ ਉਹਨੂੰ ਚਾਲੂ ਕਰਨ ਲਈ। ਔਰ ਫਿਰ ਇਹ ਆ ਕਿ ਉਹਨਾਂ ਦੀ ਇੱਕ ਸਟੇਟਮੈਂਟ ਕਿਤੇ ਮੈਂ ਪੜ੍ਹੀ ਸੀਗੀ ਭਾਈ, ਜਿਹੜੇ ਬਾਬਾ ਸਾਹਿਬ ਪੜ੍ਹ ਲਿਖ ਕੇ ਆ ਗਏ ਔਰ ਇੱਕ ਪਬਲਿਕ ਕਾਨਫਰੰਸ ਹੋਈ ਸੀਗੀ ਜੀ। ਹਾਂਜੀ। ਉਹ ਜਿਹੜੀ ਪਬਲਿਕ ਕਾਨਫਰੰਸ ਸੀਗੀ ਉਹ 1920 ਦੇ ਵਿੱਚ 21 ਫਰਵਰੀ 1920 ਦੇ ਵਿੱਚ, ਔਰ ਮੋਲੇਗਾਂਵ ਪਬਲਿਕ ਕਾਨਫਰੰਸ ਦੇ ਵਿੱਚ 3 ਦਿਨ ਉਹ ਕਾਨਫਰੰਸ ਚੱਲੀ। ਔਰ ਉੱਥੇ ਮਤਲਬ ਜਿਹੜਾ ਬਹੁਜਨਾਂ ਦਾ ਸ਼ਡਿਊਲ ਟਰਾਈਬ ਦੀ ਕਾਨਫਰੰਸ ਸੀਗੀ ਕਿ ਅਸੀਂ ਕਿੱਦਾਂ ਆਪਣੇ ਹੱਕ ਲੈਣੇ ਆ, ਕਿੱਦਾਂ ਪ੍ਰੋਗਰੈਸ ਕਰਨੀ ਆ। ਔਰ ਉੱਥੇ ਸਾਹੂ ਜੀ ਮਹਾਰਾਜ ਵੀ ਗਏ ਔਰ ਉਹਨਾਂ ਨੇ ਕਿਹਾ ਕਿ ਸਮਾਜ ਨੂੰ ਇੱਕ ਡਾਕਟਰ ਅੰਬੇਦਕਰ ਮਿਲ ਗਿਆ, ਇੱਕ ਸੇਵੀਅਰ ਮਿਲ ਗਿਆ, ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਆਪ ਦੀ ਗੁਲਾਮੀ ਦੀਆਂ ਜੰਜੀਰਾਂ ਤੋੜ ਦੇਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਡਾਕਟਰ ਅੰਬੇਦਕਰ ਫਰੰਟ ਲਾਈਨ ਤੇ ਆ ਕੇ ਸਿਤਾਰੇ ਦੀ ਤਰ੍ਹਾਂ ਚਮਕੇਗਾ ਔਰ ਤੁਹਾਡਾ ਉਦਾਰ ਕਰੇਗਾ। ਦੇਖੋ ਇੰਨੀ ਵੱਡੀ ਗੱਲ ਇੱਕ ਮਹਾਰਾਜੇ ਤੋਂ ਆਉਣੀ ਬਹੁਤ ਮਤਲਬ ਮਾਇਨੇ ਰਖਾਉਂਦੀ ਆ। ਬਿਲਕੁਲ ਹਾਂਜੀ। ਔਰ ਉਹਨਾਂ ਨੇ ਦੇਖੋ ਫਾਈਨੈਂਸ਼ੀਅਲੀ ਉਹਨਾਂ ਨੂੰ ਸਪੋਰਟ ਕੀਤਾ, ਔਰ ਉਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹਦੇ ਲਈ ਵੀ ਉਹ ਸਪੋਰਟ ਕਰਦੇ ਸੀਗੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹ ਚਾਲੂ ਕਰ ਦਿੱਤੀਆਂ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਾਬਾ ਸਾਹਿਬ ਨੇ ਇੱਕ ਕਿਸਮ ਦੇ ਨਾਲ ਉਹਨਾਂ ਦੇ ਕੋਲੋਂ ਅਡਾਪਟ ਕਰਕੇ ਉਹਨਾਂ ਨੂੰ ਕਨਸਟੀਟਿਊਸ਼ਨ ਦੇ ਵਿੱਚ ਸਾਰੀਆਂ ਨੂੰ ਲਿਆਂਦਾ। ਬਿਲਕੁਲ। ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਕਾਨੂੰਨੀ ਤੌਰ ਤੇ ਬੰਦ ਕਰਕੇ ਆਜ਼ਾਦ ਭਾਰਤ ਦਾ ਜਿਹੜਾ ਵਿਧਾਨ ਸੀਗਾ ਉਹਦੇ ਵਿੱਚ ਉਹ ਲਿਖ ਦਿੱਤਾ। ਸੋ ਸਾਹੂ ਜੀ ਮਹਾਰਾਜ ਦੀ ਜਿਹੜੀ ਦੇਣ ਸੀਗੀ ਉਹ ਬਾਬਾ ਸਾਹਿਬ ਨੂੰ ਔਰ ਪਛੜੇ ਹੋਏ ਲੋਕਾਂ ਨੂੰ ਪਿਆਰੇ ਦਰਸ਼ਕੋ ਬਹੁਤ ਸੀਗੀ। ਉਹ ਇੱਕ ਸਭ ਤੋਂ ਵੱਡੇ ਸਾਡੇ ਇੱਕ ਕੀ ਕਹਿੰਦੇ ਆ ਸੇਵੀਅਰ ਸਨ, ਮੁੱਖ ਨਾਇਕ ਸਨ। ਪਰ ਉਹਨਾਂ ਨੂੰ ਵੀ ਇੱਕ ਇਹ ਹੈ ਜੀ ਬੰਦੇ ਜੀ ਪ੍ਰੇਰਨਾ ਕਿੱਥੋਂ ਮਿਲੀ ਜੀ?
ਹਾਂਜੀ ਉਹਨਾਂ ਨੂੰ ਪ੍ਰੇਰਨਾ ਮਿਲੀ ਜੋਤੀਬਾ ਫੂਲੇ ਜੀ, ਮਾਤਾ ਸਵਿਤਰੀ ਬਾਈ ਫੂਲੇ, ਬਿਲਕੁਲ ਹਾਂਜੀ, ਜਿਨ੍ਹਾਂ ਨੇ ਆਪ ਪੰਡਿਤ ਹੁੰਦੇ ਹੋਏ ਸਾਰਾ ਕੁਝ ਹੁੰਦੇ ਹੋਏ ਔਰ ਜਿਹੜਾ ਜਾਤ ਪਾਤ ਦਾ ਜਿਹੜਾ ਹੈਗਾ ਬੰਧਨ ਹੈਗਾ ਉਹਦੀ ਉਲੰਘਣਾ ਕੀਤੀ, ਜਾਤ ਪਾਤ ਦੇ ਅਸੂਲਾਂ ਦੀ ਉਲੰਘਣਾ ਕੀਤੀ ਔਰ ਉਹਨਾਂ ਨੇ ਬਗਾਵਤ ਕੀਤੀ। ਹਾਂਜੀ, ਸਭ ਤੋਂ ਪਹਿਲੇ ਸਕੂਲ ਖੋਲੇ, ਸਵਿਤਰੀ ਬਾਈ ਫੂਲੇ ਨੂੰ ਉਹਨਾਂ ਨੇ ਪੜ੍ਹਾਇਆ, ਟੀਚਰ ਬਣਾਇਆ ਔਰ 1848 ਦੇ ਵਿੱਚ ਉਹਨਾਂ ਨੇ ਪਹਿਲਾ ਸਕੂਲ ਖੋਲ੍ਹਿਆ। ਹਾਂਜੀ, ਔਰ ਉਸ ਤੋਂ ਬਾਅਦ ਉਹਨਾਂ ਨੇ 4-5 ਸਕੂਲ ਹੋਰ ਵੀ ਖੋਲ੍ਹੇ। ਇੱਕ ਉਹਨਾਂ ਦੀ ਇੱਕ ਕਹਾਣੀ ਲੰਬੀ ਆ। ਔਰ ਸਾਹੂ ਜੀ ਮਹਾਰਾਜ ਨੇ ਇੱਕ ਦੇਖੋ ਫੁੱਲ ਵੇਚਣ ਵਾਲੇ ਦਾ ਬੇਟਾ ਔਰ ਸਾਹੂ ਜੀ ਮਹਾਰਾਜ ਇੱਕ ਮਹਾਰਾਜਾ, ਔਰ ਪਰ ਚੰਗੀ ਮਾੜੀ ਗੱਲ ਕਿਸੇ ਤੋਂ ਵੀ ਆ ਸਕਦੀ ਆ। ਔਰ ਉਹਨਾਂ ਨੇ ਸਾਹੂ ਜੀ ਮਹਾਰਾਜ ਨੇ ਜੋਤੀਬਾਈ ਫੂਲੇ ਤੋਂ ਇਹ ਗੱਲ ਸਿੱਖੀ, ਲੈਸਨ ਲਿਆ ਕਿ ਜਿਹੜਾ ਬ੍ਰਾਹਮਣਵਾਦ ਹੈ, ਜਾਤ-ਪਾਤ ਹੈਗੀ ਆ, ਇਹ ਮੁਲਕ ਲਈ ਇੱਕ ਬਹੁਤ ਖਤਰਨਾਕ ਚੀਜ਼ ਹੈਗੀ ਆ ਔਰ ਇਹਦਾ ਖਾਤਮਾ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਹਾਂਜੀ, ਆਪਣੇ ਬੈਂਸ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਅਗਰ ਬਾਬਾ ਸਾਹਿਬ ਦੀ ਉਹ ਹੈਲਪ ਨਾ ਕਰਦੇ ਸਾਹੂ ਜੀ ਮਹਾਰਾਜ ਤੇ ਕਦੀ ਵੀ ਨਹੀਂ ਪੜ੍ਹ ਸਕਦੇ ਸੀਗੇ। ਜੀ ਜੀ, ਹੈ ਨਾ। ਬੈਂਸ ਸਾਹਿਬ, ਬਾਬਾ ਸਾਹਿਬ ਨੇ ਆਪ ਖੁਦ ਪੜ੍ਹ ਕੇ ਔਰ ਉਹਨਾਂ ਦਾ ਇਹ ਪ੍ਰਣ ਲਿਆ ਕਿ ਮੈਂ ਸਾਰੀ ਦੁਨੀਆ ਨੂੰ ਪੜ੍ਹਾਉਣਾ ਹੈ। ਬਿਲਕੁਲ ਬਿਲਕੁਲ, ਇੱਕ ਸਾਰੀ ਦੁਨੀਆ ਦਾ ਪੜ੍ਹਾਉਣ ਦੇ ਲਈ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਦੁਨੀਆ ਨੂੰ ਕਿ ਸਿਵਾਏ ਪੜ੍ਹਾਈ ਤੋਂ ਤੁਹਾਡਾ ਕੋਈ ਗੁਜ਼ਾਰਾ ਨਹੀਂ ਹੈ। ਬਿਲਕੁਲ ਬਿਲਕੁਲ। ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਇੱਕ ਗੀਤ ਆ ਉਹ ਇਸ ਤਰ੍ਹਾਂ ਸਿਚੁਏਸ਼ਨ ਤੇ ਬਹੁਤ ਵਧੀਆ ਢੁਕਦਾ ਆ, ਕਰਦਾ ਹੈ ਨਾ, ਮੈਂ ਢੁਕਦਾ ਆ, ਤਾਂ ਪਲੀਜ਼ ਕਰਕੇ। ਦਾ ਸੁਨੇਹਾ ਸੁਣੋ ਸੁਣੋ ਮੈਂ ਸੁਣਾ ਦਿਆਂ, ਭੀਮ ਦਾ ਸੁਨੇਹਾ ਸੁਣੋ ਸੁਣੋ ਮੈਂ ਸੁਣਾ ਦਿਆਂ, ਬਹੁ ਜਨ ਸੁਤਾ ਪਿਆ ਸੁੱਤੇ ਨੂੰ ਜਗਾ ਦਿਆਂ, ਭੀਮ ਦਾ ਸੁਨੇਹਾ ਸੁਣੋ। ਰਾਤ ਦਿਨ ਕੰਮ ਕੀਤਾ ਲਿਆ ਕਦੇ ਦਮ ਨਾ, ਪੜ੍ਹੇ ਲਿਖੇ ਲੋਕ ਮੇਰੇ ਆਏ ਮੇਰੇ ਕੰਮ ਨਾ, ਆਏ ਮੇਰੇ ਕੰਮ ਨਾ, ਫਿਰ ਵੀ ਮੈਂ ਚਾਹੁੰਦਾ ਹਾਂ, ਫਿਰ ਵੀ ਮੈਂ ਚਾਹੁੰਦਾ ਹਾਂ ਸਭ ਨੂੰ ਪੜ੍ਹਾ ਦਿਆਂ, ਫਿਰ ਵੀ ਮੈਂ ਚਾਹੁੰਦਾ ਹਾਂ ਸਭ ਨੂੰ ਪੜ੍ਹਾ ਦਿਆਂ, ਬਹੁ ਜਨ ਸੁੱਤਾ ਪਿਆ ਸੁੱਤੇ ਨੂੰ ਜਗਾ ਦਿਆਂ, ਭੀਮ ਦਾ ਸੁਨੇਹਾ ਸੁਣੋ, ਭੀਮ ਦਾ ਸੁਨੇਹਾ ਸੁਣੋ। ਜੈ ਭੀਮ ਕਹਿ ਕਹਿ ਕੇ ਕਿੱਦਾਂ ਸਾਰੇ ਫੁੱਲ ਗਏ, ਜਿਹੜੀ ਗੱਲ ਮੈਂ ਕਹੀ ਉਹ ਸਾਰੇ ਭੁੱਲ ਗਏ, ਉਹ ਸਾਰੇ ਭੁੱਲ ਗਏ, ਟੁੱਟਾ ਹੋਇਆ ਦਿਲ ਮੈਂ, ਟੁੱਟਾ ਹੋਇਆ ਦਿਲ ਮੈਂ ਕਿਸ ਨੂੰ ਦਿਖਾ ਦਿਆਂ, ਟੁੱਟਾ ਹੋਇਆ ਦਿਲ ਮੈਂ ਕਿਸ ਨੂੰ ਦਿਖਾ ਦਿਆਂ, ਬਹੁ ਜਨ ਸੁੱਤਾ ਪਿਆ ਸੁੱਤੇ ਨੂੰ ਜਗਾ ਦਿਆਂ, ਭੀਮ ਦਾ ਸੁਨੇਹਾ ਸੁਣੋ, ਭੀਮ
ਦਾ ਸੁਨੇਹਾ ਸੁਣੋ। ਜ਼ਿੰਦਗੀ ਰਿਹਾ ਮੈਂ ਅਪਮਾਨ ਹੀ ਤਾਂ ਚੱਲਦਾ, ਹੁੰਦਾ ਸੀ ਵਿਰੋਧ ਮੇਰਾ ਹਰ ਮੇਰੀ ਗੱਲ ਦਾ, ਹਰ ਮੇਰੀ ਗੱਲ ਦਾ। ਦੁੱਖਾਂ ਦੀ ਕਤਾਰ ਲੰਮੀ, ਦੁੱਖਾਂ ਦੀ ਕਤਾਰ ਲੰਮੀ, ਕਿੱਦਾਂ ਮੈਂ ਗਿਣਾ ਦਿਆਂ। ਦੁੱਖਾਂ ਦੀ ਕਤਾਰ ਲੰਮੀ, ਕਿੱਦਾਂ ਮੈਂ ਗਿਣਾ ਦਿਆਂ। ਬਹੁਤ ਜਨ ਸੁੱਤਾ ਪਿਆ, ਸੁੱਤੇ ਨੂੰ ਜਗਾ ਦਿਆਂ। ਭੀਮ ਦਾ ਸੁਨੇਹਾ ਸੁਣੋ, ਭੀਮ ਦਾ ਸੁਨੇਹਾ ਸੁਣੋ। ਪੁੱਛਿਆ ਤੂੰ ਦਰਦ ਮੇਰਾ ਰਤੂ ਕੋਲ ਬਹਿ ਕੇ, ਪਹਿਲੀ ਖੁਸ਼ੀ ਹੋਈ ਦਰਦ ਦਿਲ ਵਿੱਚੋਂ ਕਹਿ ਕੇ, ਦਿਲ ਵਿੱਚੋਂ ਕਹਿ ਕੇ। ਤੇਰਾ ਏ ਅਹਿਸਾਨ ਦੱਸ, ਤੇਰਾ ਏ ਅਹਿਸਾਨ ਦੱਸ, ਕਿੱਦਾਂ ਮੈਂ ਭੁਲਾ ਦਿਆਂ। ਤੇਰਾ ਏ ਅਹਿਸਾਨ ਦੱਸ, ਕਿੱਦਾਂ ਮੈਂ ਭੁਲਾ ਦਿਆਂ। ਬਹੁਤ ਜਨ ਸੁੱਤਾ ਪਿਆ, ਸੁੱਤੇ ਨੂੰ ਜਗਾ ਦਿਆਂ। ਭੀਮ ਦਾ ਸੁਨੇਹਾ ਸੁਣੋ, ਭੀਮ ਦਾ ਸੁਨੇਹਾ ਸੁਣੋ। ਸੁਣੋ ਮੈਂ ਸੁਣਾ ਦਿਆਂ, ਭੀਮ ਦਾ ਸੁਨੇਹਾ ਸੁਣੋ। ਸੁਣੋ ਮੈਂ ਸੁਣਾ ਦਿਆਂ। ਬਹੁਤ ਜਨ ਸੁੱਤਾ ਪਿਆ, ਸੁੱਤੇ ਨੂੰ ਜਗਾ ਦਿਆਂ। ਭੀਮ ਦਾ ਸੁਨੇਹਾ ਸੁਣੋ, ਭੀਮ ਦਾ ਸੁਨੇਹਾ ਸੁਣੋ, ਭੀਮ ਦਾ ਸੁਨੇਹਾ ਸੁਣੋ। वेलकम बैक। आप जी ने ज़रूर गाना पसंद किया होगा कि बाबा साहब ने जो दुनिया नू रास्ता दिखाया पढ़ाई का, पढ़ाई तो इलावा होर कोई नहीं है। तो उन्होंने तो ये भी कहा कि एजुकेशन जो है वो शेरनी का दुध है, जो पिएगा वो दहाड़ेगा। सो बाबा साहब का दिता देन असी कभी नहीं दे सकते। असी फिर एक बार अपने सबजैक्ट ते आने शाहू जी महाराज जी दे। बैन साहब, शाहू जी महाराज जी ने किस संघर्ष की बांह फड़ी? फिर देखो, मैं पहला भी ये दस चुका कि उन्होंने सब तो बड़ा ये है कि समाज सुधार जी, और समाज सुधार दे विच बहुत सारिया गल्लां उन्होंने ये है कि सियासत दे विच भी उन्होंने बहुत तब्दीलियां लियांदियां, एडमिनिस्ट्रेशन दे विच भी, और ਜਿਹੜਾ ਧਾਰਮਿਕ ਇਸ਼ੂ ਆ ਉਹਦੇ ਵਿੱਚ ਵੀ। ਹਾਂਜੀ, ਔਰ ਫਿਰ ਉਹਨਾਂ ਦਾ ਇਕਨੋਮਿਕ ਤੇ ਸੋਸ਼ਲ ਹੈਗਾ, ਪੈਸੇ ਧੇਲੇ ਦਾ ਜੀ, ਔਰ ਸਮਾਜ ਦਾ। ਦੇਖੋ, ਉਹਨਾਂ ਨੇ ਜਿਹੜੀ ਮੈਂ ਪੈਸੇ ਤੇ ਜਾਂ ਨੌਕਰੀਆਂ ਦੀ ਗੱਲ ਕਰਦੇ ਆ, ਉਹ ਆ ਕਿ ਫੈਕਟਰੀਆਂ ਬਹੁਤ ਖੋਲੀਆਂ ਜੀ, ਔਰ ਜਿਹਦੇ ਵਿੱਚ ਮੈਜੋਰਿਟੀ ਜਿਹੜੇ ਆ 70-80% ਜਿਹੜੇ ਆ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਉਹਨਾਂ ਨੇ ਰੱਖੇ। ਹਾਂਜੀ, ਇਹ ਇੱਕ ਬਹੁਤ ਵੱਡੀ ਗੱਲ ਹੈ ਜੀ। ਔਰ ਨਾਲ ਹੀ ਇਹ ਹੈ ਕਿ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਲਈ ਖੇਤੀਬਾੜੀ ਦੇ ਨਵੇਂ ਤਰੀਕੇ ਔਰ ਪਾਣੀ ਦੇ ਡੈਮ ਜਿਹੜੇ ਹੈਗੇ ਆ, ਸਿੰਚਾਈ ਦੇ ਡੈਮ, ਉਹ ਵੀ ਖੋਲ੍ਹੇ ਜੀ। ਔਰ ਜਿਹੜੇ ਸਰਕਾਰੀ ਡੈਮ, ਜਿਸ ਤਰ੍ਹਾਂ ਬਾਬਾ ਸਾਹਿਬ ਨੇ ਵੀ ਤਲਾਬਾਂ ਦਾ ਜਦੋਜਹਿਦ ਕੀਤੀ, ਮੂਵਮੈਂਟ ਚਲਾਈ, ਔਰ ਸਾਹੂ ਜੀ ਮਹਾਰਾਜ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਡੈਮ ਜਿਹੜੇ ਹੈਗੇ ਆ, ਪਬਲਿਕ ਡੈਮ ਜਿਹੜੇ ਹੈਗੇ, ਉਹ ਹਰ ਇੱਕ ਲਈ ਬਰਾਬਰ ਹੈ ਜੀ। ਔਰ
ਫਿਰ ਇਹ ਆ ਕਿ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਕਿ ਹਰ ਇੱਕ ਕਮਿਊਨਿਟੀ ਦਾ ਆਪਣਾ ਪ੍ਰੀਸਟ ਹੋਣਾ ਚਾਹੀਦਾ ਜੀ ਹੈ ਜੀ। ਹੂੰ ਔਰ ਨਾਲ ਹੀ ਬਹੁਤ ਵੱਡਾ ਗੜਾਸਾ ਮਾਰਿਆ ਕਿ ਬ੍ਰਾਹਮਣਾਂ ਕੋਲੋਂ ਕੋਈ ਵੀ ਧਾਰਮਿਕ ਕੰਮ ਨਾ ਕਰਾਇਆ ਜਾਵੇ, ਜੀ ਬ੍ਰਾਹਮਣਾਂ ਕੋਲੋਂ ਕੋਈ ਵੀ ਕਿਰਿਆ ਕੰਮ ਨਾ ਕਰਾਇਆ ਜਾਵੇ। ਜੀ ਦੇਖੋ ਅੱਜ 200 ਸਾਲ ਬਾਅਦ ਵੀ 150 ਸਾਲ ਬਾਅਦ ਵੀ ਹਾਲੇ ਵੀ ਇਹ ਆ ਕਿ ਘਰ ਜਿਹੜਾ ਘਰ ਵਾਪਸੀ ਜਾਂ ਕਿਤੇ ਹੋਰ ਘਰ ਦੇ ਵਿੱਚ ਨਵੇਂ 'ਚ ਜਾਣਾ ਤਾਂ ਵੀ ਬਾਹਮਣ ਲੈ ਆਉਂਦੇ ਆ। ਹਾਂਜੀ ਬਿਲਕੁਲ। ਬੱਚੇ ਦਾ ਵਿਆਹ ਕਰਨਾ ਤਾਂ ਕੁੰਡਲੀ ਉਹਦੇ ਕੋਲੋਂ ਹਾਲੇ ਵੀ ਖਿਲਾਉਣੀ ਆ। ਹਾਂਜੀ। ਹਾਂਜੀ ਐਮਏ ਬੀਏ ਪੜ੍ਹਿਓ PhD ਪੜ੍ਹਿਓ ਹਾਲੇ ਵੀ ਉਹ ਸੱਦਦੇ ਆ, ਹਾਲੇ ਵੀ ਉਹਨਾਂ ਕੋ ਬਾਹਮਣਾ ਕੋ 5 ਪੜ੍ਹੇ ਵਾਲਿਆਂ ਕੋ ਜਾਂਦੇ ਆ। ਹਾਂਜੀ ਬਿਲਕੁਲ ਸਹੀ ਗੱਲ। ਔਰ ਬੜੀ ਇਹ ਸ਼ਰਮ ਦੀ ਗੱਲ ਹੈਗੀ ਆ। ਔਰ ਉਸ ਟਾਈਮ ਤੇ ਇਹ ਆ ਕਿ ਇਹੋ ਜਿਹੇ ਕੰਮ ਉਹਨਾਂ ਨੇ ਬਿਲਕੁਲ ਐਲਾਨ ਕਰ ਦਿੱਤਾ ਕਿ ਤੁਸੀਂ ਆਪਣੇ ਪ੍ਰੀਸਟ ਆਪਣੀ ਕਮਿਊਨਿਟੀ ਚੋਂ ਚੁਣੋ ਔਰ ਬਣਾਓ ਤੇ ਉਹਨਾਂ ਨੂੰ ਪੜ੍ਹਾਓ ਜਿਹੜੇ ਕਿ ਤੁਹਾਡੇ ਧਾਰਮਿਕ ਕੰਮ ਉਹ ਕਰ ਸਕਣ, ਬ੍ਰਾਹਮਣਾਂ ਕੋਲੋਂ ਕੰਮ ਕੋਈ ਨਾ ਕਰਾਓ। ਇਹ ਬਾਬਾ ਸਾਹਿਬ ਦੀ ਆ ਜਿਹੜੀਆਂ ਗੱਲਾਂ ਹੈਗੀਆਂ ਬਾਬਾ ਸਾਹਿਬ ਦੀ 22 ਪ੍ਰਤੀਗਿਆ ਦੇ ਵਿੱਚ ਆਉਂਦੀਆਂ। ਬਿਲਕੁਲ ਹੈ ਜੀ। ਹਾਂਜੀ ਬਿਲਕੁਲ ਬਾਬਾ ਸਾਹਿਬ ਨੇ ਕਿਹਾ ਕਿ ਬ੍ਰਾਹਮਣਾਂ ਦੇ ਕੋਲੋਂ ਕੋਈ ਕੰਮ ਨਾ ਕਰਾਓ। ਇਹ ਸਾਹੂ ਜੀ ਮਹਾਰਾਜ ਨੇ ਇੰਪਲੀਮੈਂਟ ਕੀਤਾ ਸੀਗਾ ਆਪਣੇ ਰਾਜ ਦੇ ਵਿੱਚ। ਔਰ ਫਿਰ ਇਹ ਆ ਕੇ ਦੇਖੋ ਉਹਨਾਂ ਨੇ ਇਹ ਸਾਰਾ ਕੁਝ ਕਰਕੇ ਹਾਂਜੀ ਪੈਸੇ ਧੇਲੇ ਦਾ ਵੀ ਨੌਕਰੀਆਂ ਦਾ ਵੀ ਕਰਕੇ ਉਹਨਾਂ ਨੂੰ ਫਿਰ ਵੀ ਇਹ ਆ ਕਿ ਬਿਲਕੁਲ ਤਸੱਲੀ ਨਹੀਂ ਹੋਈ। ਹਾਂਜੀ ਬਿਲਕੁਲ ਤਸੱਲੀ ਨਹੀਂ ਹੋਈ। ਉਹ ਜੜ੍ਹਾਂ ਬੰਨ੍ਹਣੀਆਂ ਚਾਹੁੰਦੇ ਸਨ। ਹਾਂਜੀ ਇਹ ਆ ਕਿ ਬਦਕਿਸਮਤੀ ਨਾਲ ਉਹਨਾਂ ਦੀ 48 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਨਹੀਂ ਤਾਂ ਬਹੁਤ ਕੁਝ ਕਰ ਸਕਦੇ ਸੀ। ਜਿਸ ਤਰ੍ਹਾਂ ਬਾਬਾ ਸਾਹਿਬ ਦਾ ਵੀ ਥੋੜੀ ਉਮਰ ਦੇ ਵਿੱਚ ਹਾਂਜੀ ਉਹ ਮਤਲਬ ਪਰਿਨਿਰਵਾਣ ਦਿਵਸ ਹੋ ਗਿਆ। ਨਹੀਂ ਤਾਂ ਬਹੁਤ ਕੁਝ ਕਰ ਸਕਦੇ ਸੀ। ਹਾਂਜੀ ਸੋ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਜਿਹੜੇ ਲਿਆਂਦੀਆਂ ਔਰ ਤੁਸੀਂ ਇਹ ਬਿਲਕੁਲ ਅੰਦਾਜ਼ਾ ਲਗਾ ਲਓ ਕਿ ਉਹਨਾਂ ਲਈ ਇਹ ਰਸਤਾ ਜਿਹੜਾ ਸੀਗਾ ਉਹ ਬਿਲਕੁਲ ਆਸਾਨ ਨਹੀਂ ਸੀਗਾ ਜੀ। ਜਿਸ ਤਰ੍ਹਾਂ ਬਾਬਾ ਸਾਹਿਬ ਲਈ ਰਸਤਾ ਆਸਾਨ ਨਹੀਂ ਸੀਗਾ, ਇਹਨਾਂ ਲਈ ਵੀ ਆਸਾਨ ਨਹੀਂ ਸੀਗਾ ਜੀ। ਹਾਂਜੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਜਿਸ ਤਰ੍ਹਾਂ ਬਾਬਾ ਸਾਹਿਬ ਗੋਲਮੇਜ ਕਾਨਫਰੰਸ ਤੇ ਆਏ ਔਰ ਗਾਂਧੀ ਨੂੰ ਉਹਨਾਂ ਨੇ ਉਹਦਾ ਸਾਹਮਣਾ ਕਰਨਾ ਪਿਆ ਜੀ। ਔਰ 3 ਗੋਲਮੇਜ ਕਾਨਫਰੰਸਾਂ ਦੇ ਵਿੱਚ ਬਾਕੀ ਇੱਕ ਪਾਸੇ ਹੋ ਗਏ, ਬਾਬਾ ਸਾਹਿਬ ਇੱਕ ਪਾਸੇ ਹੋ ਗਏ। ਬੜੀ ਲੰਮੀ ਕਹਾਣੀ ਆ। ਮਰਨ ਵਰਤ ਰੱਖ ਲਿਆ, ਪੂਨਾ ਪੈਕਟ ਹੋ ਗਿਆ ਹੈ ਜੀ। ਔਰ ਇਸੇ ਤਰ੍ਹਾਂ ਇਹ ਆ ਕਿ ਉਸ ਟਾਈਮ ਦੇ ਉੱਤੇ 565 ਰਾਜੇ ਮਹਾਰਾਜੇ ਭਾਰਤ ਦੇ ਵਿੱਚ ਸਨ ਜੀ। ਔਰ ਕਈਆਂ ਨੇ ਤਾਂ ਸਾਹੂ ਜੀ ਮਹਾਰਾਜ ਦੇ ਨਾਲ ਜਿਹੜਾ ਸੀਗਾ ਤਜਾਰਤ ਕਰਦੇ ਹੈ ਨਾ, ਟ੍ਰੇਡ ਕਰਦੇ ਆ, ਤੋੜ ਲਿਆ। ਉਹਨਾਂ ਨੇ ਨਾਤਾ ਤੋੜ ਲਿਆ, ਬਾਈਕਾਟ ਕੀਤਾ। ਔਰ ਕਈਆਂ ਨੇ ਇਹ ਆ ਕਿ ਕੋਈ ਉਹਨਾਂ ਦੇ ਨਾਲ ਸਰਾਸਰੀ ਵੀ ਗੱਲਬਾਤ ਹੈਗੀ ਉਹ ਉਹਨਾਂ ਨੇ ਨਾਤਾ ਤੋੜ ਲਿਆ। ਕਈ ਬਿਲਕੁਲ ਚੁੱਪ ਰਹੇ, ਜਿਹੜੇ ਬਹੁਤ ਚੰਗੇ ਦੋਸਤ ਵੀ ਸੀਗੇ ਗੁਆਂਢੀ ਰਾਜੇ ਚੁੱਪ ਰਹੇ, ਕੁਛ ਨਹੀਂ ਕਿਹਾ। ਔਰ ਬਨਿਸਬਤ ਇਸ ਦੀ ਕਿ ਉਹ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਿਆਨ ਦੇਣ ਜਾਂ ਖੜੇ ਹੋਣ, ਕੋਈ ਨਹੀਂ ਖੜਾ ਹੋਇਆ। 565 ਰਾਜੇ ਮਹਾਰਾਜੇ। ਔਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਉਸ ਟਾਈਮ ਦੇ ਉੱਤੇ ਕਾਂਗਰਸ ਪਾਰਟੀ ਵੀ ਨੈਸ਼ਨਲ ਬੇਸ ਦੇ ਉੱਤੇ ਹੋਂਦ 'ਚ ਆ ਗਈ ਸੀ ਜੀ। 1885 ਦੇ ਵਿੱਚ ਨੈਸ਼ਨਲ ਕਾਂਗਰਸ ਪਾਰਟੀ ਅੰਗਰੇਜ਼ਾਂ ਨੇ ਆਪ ਸੈਟਅਪ ਕੀਤੀ ਔਰ ਉਹ ਵੀ ਸੀਗੀ। ਔਰ ਕਾਂਗਰਸ ਦੇ ਉਸ ਟਾਈਮ ਦੇ ਜਿਹੜੇ ਲੀਡਰ ਸੀਗੇ ਉਹ ਵੀ ਸਾਹੂ ਜੀ ਮਹਾਰਾਜ ਦੇ ਖਿਲਾਫ ਹੋ ਗਏ। ਔਰ ਉਹਨਾਂ ਦੇ ਵਿੱਚੋਂ ਨਾਂ ਬੜੇ ਬੜੇ ਆਉਂਦੇ, ਗੋਪਾਲ ਕ੍ਰਿਸ਼ਨ ਗੋਖਲੇ ਜੀ ਔਰ ਬਾਲ ਗੰਗਾਧਰ ਤਿਲਕ, ਜਿਹੜੇ ਮੰਨ ਲਓ ਕਾਂਗਰਸ ਦੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਸਨ ਜੀ। ਔਰ ਉਹਨਾਂ ਨੇ 14 ਜੂਨ 1918 ਨੂੰ ਕੀ ਕਿਹਾ? ਉਹਨ ਕਿਹਾ ਕਿ ਇਹ ਧੋਬੀ, ਪਬਲਿਕਲੀ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਤੇਲੀ ਧੋਬੀ ਕੁਨਾਬਤੀ ਪਾਰਲੀਮੈਂਟ ਵਿੱਚ ਕੀ ਕਰਨਗੇ ਜੀ। ਤੇਲੀ ਧੋਬੀ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਆਮ ਕਹਿ ਦਿੰਦੇ ਕਿ ਇਹ ਫਲਾਣੇ ਫਲਾਣੇ ਕੀ ਕਰ ਲੋਗੇ ਹੈ ਜੀ। ਤੇਲੀ ਧੋਬੀ ਜਾ ਕੇ ਕੀ ਕਰਨਗੇ? ਪਾਰਲੀਮੈਂਟ ਦੇ ਵਿੱਚ ਹਲ ਚਲਾਉਣਗੇ। ਹੋਰ ਤਾਂ ਕੋਈ ਗੱਲ ਨਹੀਂ ਆਉਂਦੀ ਕਿ ਜ਼ਿਮੀਂਦਾਰ ਵਾਹ ਕੰਮ ਕਰਨੇ ਵਾਲੇ ਹੈਗੇ ਆ, ਉੱਥੇ ਜਾ ਕੇ ਘਾਹ ਖੋਦੂਗੇ ਪਾਰਲੀਮੈਂਟ ਦੇ ਵਿੱਚ, ਹਲ ਚਲਾਉਗੇ ਉੱਥੇ। ਦੇਖੋ ਕਿੰਨੀ ਇਨਸਲਟਿੰਗ ਗੱਲ ਹੈਗੀ ਆ। ਔਰ ਅੱਜ ਵੀ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ ਪਈ। ਜਿਹੜੇ ਜਾਂਦੇ ਆ ਜਿੱਤ ਕੇ ਜਾਂਦੇ ਆ
ਉਹ ਲਿਜਾਂਦੇ ਹੀ ਉਦਾਂ ਦੇ ਆ। ਬਿਲਕੁਲ ਜੀ, ਉਹ ਬਿਲਕੁਲ ਮੈਂ ਕਹਿੰਦਾ ਹੁੰਨਾ ਵੀ ਮੁਣਮਣੇ ਆ। ਹਾਂ ਹਾਂਜੀ, ਮੁਣਮਣੇ ਉੱਥੇ ਬੈਠੇ ਆ। ਕਿਸੇ ਦੀ ਧੀ ਭੈਣ ਦੀ ਇੱਜ਼ਤ ਜਾਂਦੀ ਆ ਤੇ ਜਾਂਦੀ ਰਹੇ। ਹਾਂਜੀ, ਉਹਨਾਂ ਨੂੰ ਕੀ, ਉਹ ਹੈ? ਪਾਰਟੀ ਦੇ ਨਾਲ ਹੈ, ਪਿੱਛੇ ਮੋਦੀ ਦੇ ਖੜੇ ਆ, ਹੱਥ ਕਰ ਲਈ। ਹਾਂਜੀ, ਪਾਰਲੀਮੈਂਟ ਦੇ ਵਿੱਚ ਵੋਟ। ਕਦੀ ਉਹਨਾਂ ਨੇ ਇਸ ਗੱਲ ਦਾ ਰੌਲਾ ਨਹੀਂ ਪਾਇਆ, ਕਦੀ ਇਸ ਗੱਲ ਦਾ ਉਹਨਾਂ ਨੇ ਇਹ ਧਰਨਾ ਨਹੀਂ ਦਿੱਤਾ ਕਿ ਸਾਡੇ ਬਹੂ ਬੇਟੀਆਂ ਦੀ ਇੱਜ਼ਤ ਜਿਹੜੀ ਆਬਰੂ ਉਹ ਰੋ ਰਹੀ ਆ, ਲੋਕ ਭੁੱਖੇ ਮਰ ਰਹੇ ਆ। ਮੋਦੀ ਜੀ ਤੁਸੀਂ ਟੋਲਟਾ ਤਾਂ ਲਾ ਦਿੱਤੀਆਂ, ਉਹਦੇ ਵਿੱਚ ਪਾਣੀ ਹੈ ਨਹੀਂ, ਉਹਦੇ ਵਿੱਚ ਪੜਦਾ ਹੈ ਨਹੀਂਗਾ। ਹਾਂਜੀ, ਤੁਸੀਂ ਆਹ ਗੱਲਾਂ ਕਰਦੇ ਆ ਵੀ ਅਸੀਂ ਜੀ ਟੋਲਟਾ ਸਾਰੇ ਭਾਰਤ ਦੇ ਵਿੱਚ ਲਾਤੀਆਂ। ਮੋਦੀ ਦੇ ਆਪਣਾ ਜਿਹੜਾ ਪਿੰਡ ਹੈਗਾ, ਆਪਣਾ ਪਿੰਡ ਗੁਜਰਾਤ ਦੇ ਵਿੱਚ, ਉੱਥੇ ਟੋਲਟਾ ਹੈ ਨਹੀਂ। BBC ਨੇ ਜਾ ਕੇ ਉਹ ਪਰਦਾ ਫਾਸ਼ ਕੀਤਾ ਕਿ ਉਹਦੇ ਆਪਣੇ ਪਿੰਡ ਦੇ ਵਿੱਚ, ਪੁਰਾਣੇ ਪਿੰਡ ਦੇ ਵਿੱਚ ਟੋਲਟਾ ਹੈ ਨਹੀਂ ਗਿਆ। ਸੋ ਅੱਜ ਵੀ ਜਿਹੜੀ ਹੈਗੀ ਆ ਕਿ ਉਹਨਾਂ ਦੇ ਮਤਲਬ ਉਹੋ ਹੀ ਗੱਲਾਂ ਹੋ ਰਹੀਆਂ ਜੋ ਸਾਹਿਬ ਜੀ ਮਹਾਰਾਜ ਨੇ ਮੰਨ ਲਓ ਉਹਨਾਂ ਦੇ ਖਿਲਾਫ ਲੜਾਈ ਕੀਤੀ ਸੀ, ਜੋ ਬਾਬਾ ਸਾਹਿਬ ਨੇ ਵਿਧਾਨ ਦੇ ਵਿੱਚ ਵੀ ਲਿਖਿਆ ਜੀ। ਵਿਧਾਨ ਕਿਹਨਾਂ ਦੇ ਕੋਲ ਆ, ਇੰਪਲੀਮੈਂਟ ਤਾਂ ਇਹਨਾਂ ਨੇ ਕਰਨਾ। ਔਰ ਇਹ ਕਹਿੰਦੇ ਆ ਕਿ ਅਸੀਂ ਉਹ ਕਰਨਾ ਨਹੀਂ ਆ, ਅਸੀਂ ਇਹ ਬਦਲਣਾ ਹੈਗਾ। ਸੋ ਅੱਜ ਵੀ ਉਹ ਗੱਲ ਹੋ ਰਹੀ ਆ। ਔਰ 132 ਜਿਹੜੇ MP ਹੈਗੇ ਆ, 4000 ਤੋਂ ਉੱਤੇ MLA ਹੈਗੇ ਆ। ਇਹ ਦੇਖੋ ਵੀ ਕੀ ਹੋਏਗਾ, ਉਹਨਾਂ ਦਾ ਹਰਸ਼ ਕੀ ਹੋ ਰਿਹਾ। ਬੈਂਸ ਸਾਹਿਬ ਉਹਨਾਂ ਨੇ ਆਪਣੀ ਜਿਹੜੀਆਂ ਪਾਰਟੀਆਂ ਨਾ, ਉਹ ਇਸੇ ਕਰਕੇ ਬਾਬਾ ਸਾਹਿਬ ਕਹਿੰਦੇ ਸੀਗੇ ਕਿ ਉਹ ਸਾਡਾ ਪੂਨਾ ਪੈਕਟ ਜਿਹੜਾ ਆ, ਜਿਹੜੀ ਸਾਡੀ ਆ, ਉਹਨੂੰ ਦੋਹਰੀ ਵੋਟ ਦਾ ਅਧਿਕਾਰ ਹੋਵੇ, ਦੋਹਰੀ ਵੋਟ ਦਾ ਅਧਿਕਾਰ ਹੋਵੇ। ਉਹਨਾਂ ਨੇ ਪਾਰਟੀਆਂ ਦੇ ਨਾਂ ਦਾ ਜੋ ਪੱਟਾ ਪਾਇਆ ਗਲ ਦੇ ਵਿੱਚ, ਨਾ ਉਹਨਾਂ ਨੂੰ ਭੌਂਕ ਸਕਦੇ ਆ, ਨਾ ਉਹਨਾਂ ਨੂੰ, ਸਿਰਫ ਉਹਨਾਂ ਦਾ ਕੰਮ ਹੈ ਪੂਛਿਆ ਲਾਉਣਾ। ਬਿਲਕੁਲ ਬਿਲਕੁਲ ਹਾਂਜੀ, ਉਹ ਇਸ ਕਰਕੇ ਤੇ ਉਹ ਬੋਲਦੇ ਹੀ ਨਹੀਂ ਹੈਗੇ। ਬਿਲਕੁਲ ਬਿਲਕੁਲ ਹੈ ਨਾ। ਸ਼ਾਹੂ ਜੀ ਮਹਾਰਾਜ ਨੂੰ ਫਿਰ ਵੀ ਕਿਹਨਾਂ ਮੁਸ਼ਕਲਾਂ ਦਾ ਜਿਹੜਾ ਸੀ ਕ੍ਰਾਂਤੀਕਾਰੀ ਕੰਮ ਕਰਨੇ ਦੇ ਲਈ ਫਿਰ ਹੋਰ ਵੀ ਕੋਈ ਉਹਨਾਂ ਨੂੰ ਤਕਲੀਫਾਂ ਸਹਿਣੀਆਂ ਪਈਆਂ, ਜਾਂ ਜਿਸ ਤਰ੍ਹਾਂ ਦੇਖਿਆ ਜਾਵੇ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਸ਼ਾਹੂ ਜੀ ਮਹਾਰਾਜ ਦਾ ਜਿਹੜਾ ਬਾਵਰਚੀ ਸੀ, ਇੱਥੇ ਤੱਕ ਲੋਕਾਂ ਦੇ ਵਿੱਚ ਨਫ਼ਰਤ ਸੀਗੀ। ਜੋ ਬਾਵਰਚੀ ਵੀ ਸੀ ਉਹ ਬ੍ਰਾਹਮਣ ਸੀ। ਉਹ ਸ਼ਾਹੂ ਜੀ ਮਹਾਰਾਜ ਨੂੰ ਰਸੋਈ ਵਿੱਚ ਨਾ ਸੀ ਆਉਣ ਦਿੰਦਾ। ਦੇਖੋ, ਉਹਦੇ ਤੋਂ ਤਨਖਾਹ ਲੈਂਦਾ ਸੀ, ਉਹਦੇ ਤੋਂ ਸਾਰਾ ਕਰਦਾ ਸੀਗਾ, ਔਰ ਉਹਨੂੰ ਰਸੋਈ ਵਿੱਚ ਨਾ ਸੀ ਆਉਣ ਦਿੰਦਾ। ਐਗਜ਼ੈਕਟਲੀ ਜੋ ਬਾਬਾ ਸਾਹਿਬ ਦੇ ਨਾਲ ਜਾ ਕੇ ਉੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਨੌਕਰੀ ਕਰਨ ਦੇ ਵੇਲੇ ਹੋਇਆ ਕਿ ਚਪੜਾਸੀ ਆ ਕੇ ਫਾਈਲਾਂ ਇਦਾਂ ਸੁੱਟਦਾ ਸੀ। ਹਾਂਜੀ ਹਾਂਜੀ, ਔਰ ਪਾਣੀ ਦਾ ਗਲਾਸ ਵੀ ਨਹੀਂ ਦਿੰਦੇ ਸੀ। ਸੋ ਇਹੋ ਗੱਲਾਂ ਜਿਹੜੀਆਂ ਇਹ ਤੁਰੀਆਂ ਆਉਂਦੀਆਂ, ਹਾਲੇ ਵੀ ਉਸੇ ਤਰ੍ਹਾਂ ਹੋ ਰਹੀਆਂ। ਫਿਰ ਉਹਨਾਂ ਨੇ ਹੋਰ ਕਿਹੜੀਆਂ ਮੁਸ਼ਕਲਾਂ ਦਾ ਹੋਰ ਸਾਹਮਣਾ ਕੀ ਕਰਨਾ ਪਿਆ, ਕਿੱਥੇ ਤੱਕ ਬੜੀ ਹੀ ਦਿਲ ਦਿਖਾਉਣ ਵਾਲੀ ਦੇਖੋ ਇਹ ਜਿਹੜੀਆਂ ਹੈਗੀਆਂ ਗੱਲਾਂ ਹੈਗੀਆਂ, ਇਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਤੁਸੀਂ ਇਹਦੀਆਂ ਉਦਾਹਰਨਾਂ ਦੇ ਦਿਓ, ਉਹ ਥੋੜੀਆਂ ਆ। ਅੱਜ ਪਿੰਡਾਂ ਦੇ ਵਿੱਚ ਅੱਜ ਵੀ ਜੋ ਕੁਝ ਹੋ ਰਿਹਾ, ਦੇਖੋ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਜਿਹੜੇ ਸਟੂਡੈਂਟ ਹੈ, ਪੰਜਾਬ ਦੇ ਵਿੱਚ ਹੀ ਹੁਣ ਇੱਕ ਲੜਕੀ ਨੇ ਫਾਹਾ ਲਿਆ। ਹਾਂਜੀ, ਉਧਰ ਮੰਨ ਲਓ ਦੂਜੇ ਇਲਾਕਿਆਂ ਦੇ ਵਿੱਚ ਵੀ ਹਾਂਜੀ ਬੇਮੋਲਾ ਹਾਂਜੀ, ਔਰ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਉਹ ਡ੍ਰੌਪ ਆਊਟ ਹੋ ਰਹੇ ਆ। ਹਾਂਜੀ, ਮਹਾਰਾਸ਼ਟਰ ਦੇ ਵਿੱਚ ਹੁਣੇ ਕਈ ਗੱਲਾਂ ਹੋਈਆਂ, ਕਿਹੜੀ ਕਹਾਣੀ ਦੱਸੇ, ਮੰਨ ਲਓ ਰੋਜ਼ ਹੁੰਦੀਆਂ। ਮੇਰੇ ਕਹਿਣ ਦਾ ਮਤਲਬ ਹਾਂਜੀ, ਧਰਮ ਦੇ ਨਾਂ ਦੇ ਉੱਤੇ ਰੋਜ਼ ਰੌਲਾ ਪੈਂਦਾ। ਹਾਂਜੀ, ਮੈਂ ਇੱਕ ਉਦਾਹਰਨ ਤੁਹਾਨੂੰ ਵਿੱਚੇ ਹੁਣੇ ਦੇ ਦਿੰਨਾ ਕਿ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਇਆ, ਬਾਈ ਇਲੈਕਸ਼ਨ ਹੋਇਆ। ਹਾਂਜੀ, ਉਹ ਚੌਧਰੀ ਹੁਣੀ ਜਿਹੜੇ ਸੀਗੇ ਗੁਰਬੰਤਾ ਸਿੰਘ ਦੇ ਲੜਕੇ, ਉਹਨਾਂ ਦੀ ਡੈਥ ਹੋ ਗਈ, ਔਰ ਉਹਨਾਂ ਦੇ ਘਰ ਵਾਲੀ ਕਰਮਜੀਤ ਕੌਰ ਖੜੀ ਸੀਗੀ, ਔਰ ਚੌਧਰੀ ਹੁਣੀ 3 ਲੱਖ ਤੋਂ ਉੱਤੇ ਵੋਟਾਂ ਉਹਨਾਂ ਦੀਆਂ ਸੀਗੀਆਂ ਜਿਹੜੀਆਂ ਕਿ ਉਹ ਬਹੁਤ ਬੁਰੀ ਤਰ੍ਹਾਂ ਹਲੇ ਕਾਂਗਰਸ ਹਰੀ ਆ। ਆਮ ਆਦਮੀ ਪਾਰਟੀ ਲੈ ਗਈ 3 ਲੱਖ ਤੋਂ ਉੱਤੇ। ਦੇਖੋ ਨਵੀਂ ਪਾਰਟੀ ਆ ਕੇ ਹਾਂਜੀ, ਔਰ ਨਾਲ ਹੀ ਇਹ ਆ ਕਿ ਕਰਨਾਟਕ ਦੇ ਵਿੱਚ ਵੀ ਮੈਂ ਤਾਂ ਮੈਂਸ਼ਨ ਕਰ ਰਿਹਾ, ਕਰਨਾਟਕ ਦੇ ਵਿੱਚ ਮੋਦੀ ਹੁਣੀ ਤੇ ਆਤਮ ਸ਼ਾਹ ਹੁਣੀ ਬੜੇ ਨਾਰੇ ਲਾਏ। ਹਾਂਜੀ, ਸੀਤਾਰਾਮ ਦੇ ਵੀ, ਜੈ ਰਾਮ ਦੇ ਵੀ, ਬਜਰੰਗ ਬਲੀ ਦੇ ਵੀ ਬਹੁਤ ਨਾਰੇ ਲਾਏ। ਔਰ ਜਿਸਲੇ ਉਹ ਬੋਲਦਾ ਸੀਗਾ, ਮੈਂ ਦੇਖਿਆ ਟੈਲੀਵਿਜ਼ਨ ਤੇ, ਸ਼ਾਇਦ ਤੁਸੀਂ ਦੇਖਿਆ ਪਿਆਰੇ ਦਰਸ਼ਕੋ, ਜੇ ਤੁਸੀਂ ਦੇਖਿਆ ਹੋਗੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਭਾਰਤ ਦਾ ਪ੍ਰਾਈਮ ਮਿਨਿਸਟਰ ਹੋ ਕੇ ਇੰਨੇ ਗੁੱਸੇ ਦੇ ਨਾਲ, ਇੰਨੇ ਜ਼ੋਰ ਦੇ ਨਾਲ ਉਹ, ਔਰ ਮੱਥਾ ਜਿਹੜਾ ਫਿਕਰ ਦੇ ਨਾਲ ਉਹਨਾਂ ਦਾ ਭਰਿਆ ਸੀਗਾ, ਨਾਰੇ ਲਾ ਰਿਹਾ ਸੀਗਾ, ਬਜਰੰਗ ਬਲੀ ਦੇ ਨਾਰੇ ਲਾਉਂਦਾ।
ਔਰ ਹੋਇਆ ਕੀ ਦੇਖੋ, ਬਜਰੰਗ ਬਲੀ ਜਿਹੜਾ ਆ ਉਹ ਵੀ ਪਛਾਣ ਗਿਆ ਕਿ ਇਹ ਮੇਰੇ ਜਿਹੜੇ ਨਾਅਰੇ ਲਾਉਂਦੇ ਆ ਇਹ ਇਹ ਸਹੀ ਝੂਠੇ ਆ, ਇਹ ਝੂਠੇ ਔਰ ਆ। ਬਜਰੰਗ ਬਲੀ ਉਹਨਾਂ ਦੇ ਖਿਲਾਫ ਗਿਆ ਔਰ ਉਹਨਾਂ ਦੀ ਜਿਹੜੀ ਹਕੂਮਤ ਸੀਗੀ ਉਹਦਾ ਤਖਤਾ ਉੱਥੇ ਕਰਨਾਟਕ ਦੇ ਵਿੱਚ ਉਹਨਾਂ ਨੇ ਬਿਲਕੁਲ ਉਲਟਾ ਪਾਤਾ। 136 ਸੀਟਾਂ ਜਿਹੜੀਆਂ ਸੀਗੀਆਂ ਕਾਂਗਰਸ ਲੈ ਗਈ ਔਰ 66 ਸੀਟਾਂ ਜਿਹੜੀਆਂ ਹੈਗੀਆਂ ਬੀਜੇਪੀ ਨੂੰ ਪਈਆਂ ਔਰ ਤਕਰੀਬਨ 50 ਤੋਂ ਉੱਤੇ ਉਹ ਸੀਟਾਂ ਆਪਣੀਆਂ ਹਾਰ ਗਏ। ਸੋ ਉਹਨਾਂ ਨੇ ਇੱਕ ਧਾਰਮਿਕ ਰੰਗ ਦਿੱਤਾ ਸੀਗਾ, ਹਾਂਜੀ ਸਿਆਸੀ ਰੰਗ ਨਹੀਂ ਦਿੱਤਾ ਸੀਗਾ, ਜੀ ਧਾਰਮਿਕ ਰੰਗ ਦਿੱਤਾ ਸੀਗਾ ਕਿ ਬਜਰੰਗ ਬਲੀ ਜਿਹੜਾ ਸਾਡੇ ਨਾਲ 50 ਸਾਲ ਤੱਕ ਨਾ ਰਹਿਣੇ ਵਾਲਾ, ਰਾਮ ਜੀ ਸਾਡੇ ਨਾਲ 100 ਸਾਲ ਰਹਿਣੇ ਵਾਲਾ ਹੈਗਾ। ਔਰ ਦੇਖੋ ਉਹ ਇੱਕ ਰਾਮ ਰਾਜ ਦੀ ਗੱਲ ਕਰਦੇ ਆ, ਜੀ। ਉਹ ਰਾਮ ਰਾਜ ਕਿਹੜਾ ਸੀਗਾ ਜਿਹਦੇ ਵਿੱਚ ਇੱਕ ਰਾਜੇ ਨੇ ਆਪਣੇ ਘਰਵਾਰੀ ਨੂੰ ਇਸ ਗੱਲ ਦੇ ਉੱਤੇ ਆ ਕੇ ਘਰੋਂ ਕੱਢ ਦਿੱਤਾ ਵੀ ਜਾ ਤੂੰ ਦੌੜ ਜਾ। ਮੈਂ ਉਹ ਹੁਣ ਮੈਂਸ਼ਨ ਨਹੀਂ ਕਰਦਾ, ਜੀ 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 ਉਹ ਘਰੋਂ ਕੱਢ ਦਿੱਤਾ ਸੀਤਾ ਨੂੰ, ਜਿਹਨੂੰ ਮਾਤਾ ਕਹਿੰਦੇ ਆ। ਉਹ ਤੁਸੀਂ ਖਿਆਲ ਕਰੋ ਕਿ ਪੰਡਿਤ ਜੀ ਤੁਹਾਡੀ ਮਾਤਾ ਨੂੰ ਰਾਮ ਜੀ ਨੇ ਬਾਹਰ ਕੱਢ ਦਿੱਤਾ ਜੀ ਔਰ ਸ਼ੁੰਭਕ ਰਿਸ਼ੀ ਜਿਹੜਾ ਹੈਗਾ ਉਹ ਰੱਬ ਰੱਬ ਕਰਦਾ ਪੁੱਠਾ ਹੋ ਕੇ ਖੂਹ ਦੇ ਵਿੱਚ ਲਮਕੇ ਆਇਆ ਔਰ ਬਾਹਮਣ ਕਹਿੰਦੇ ਵੇ ਸਾਡਾ ਪੁੱਤ ਮਰ ਗਿਆ ਬਚਾਓ ਰਾਜਾ ਜੀ। ਉਹ ਕਹਿੰਦੇ ਕੀ ਹੋਇਆ? ਉਹ ਕਹਿੰਦੇ ਇੱਕ ਸ਼ੂਦਰ ਜਿਹੜਾ ਹੈਗਾ ਖੂਹ 'ਚ ਲਟਕੇ ਆਇਆ, ਉਹ ਰੱਬ ਰੱਬ ਕਰਦਾ ਤੇ ਸਾਡਾ ਮੁੰਡਾ ਮਰ ਗਿਆ। ਤੁਸੀਂ ਜਾ ਕੇ ਧਰਤੀ ਦੇ ਉੱਤੋਂ ਜਿਹੜੇ ਆ ਭਾਰ ਜ਼ਿਆਦਾ ਹੋਇਆ ਉਹ ਭਾਰ ਹਲਕਾ ਕਰੋ। ਕਿੱਦਾਂ ਕਰੋ? ਕਿਰਪਾਨ ਦੇ ਨਾਲ ਜਾ ਕੇ ਉਹਦਾ ਸਿਰ ਕੱਟ ਦਿੱਤਾ। ਇਹ ਸੀ ਰਾਮ ਰਾਜ। ਇਹ ਰਾਮ ਰਾਜ ਔਰ ਰਾਮ ਰਾਜ ਸਾਨੂੰ ਉਹ ਨਹੀਂ ਚਾਹੀਦਾ ਬਦਨ ਜੀ, ਜੀ ਸਾਨੂੰ ਰਾਮ ਰਾਜ ਸਾਹੂ ਜੀ ਮਹਾਰਾਜ ਵਾਲਾ ਚਾਹੀਦਾ। ਬਿਲਕੁਲ ਸਾਨੂੰ ਰਾਮ ਰਾਜ ਜਿਹੜਾ ਹੈਗਾ ਉਹ ਸਾਨੂੰ ਬਾਬਾ ਸਾਹਿਬ ਵਾਲਾ ਚਾਹੀਦਾ। ਸਾਨੂੰ ਰਾਮ ਰਾਜਾ ਜਿਹੜਾ ਚਾਹੀਦਾ ਉਹ ਗੁਰੂ ਰਵਿਦਾਸ ਵਾਲਾ ਚਾਹੀਦਾ। ਚਾਹੂੰ ਰਾਜ ਮੈਂ ਐਸਾ ਜਹਾਂ ਸਭ ਕੋ ਮਿਲੇ ਅੰਨ, ਛੋਟ ਬੜੇ ਸਭ ਸੁਖ ਬਸੇ ਰਵਿਦਾਸ ਰਹੇ ਪ੍ਰਸੰਨ। ਸਾਨੂੰ ਇਹ ਜਿਹੜਾ ਹੈਗਾ ਰਾਜ ਜਿਹੜਾ ਰਾਮ ਰਾਜ ਇਹ ਚਾਹੀਦਾ ਹੈਗਾ। ਸਾਨੂੰ ਉਹ ਰਾਮ ਰਾਜ ਨਹੀਂ ਚਾਹੀਦਾ ਜਾਤਵਾਦ ਦੇ ਨਾਂ ਤੇ ਝੂਠੇ ਨਾਅਰੇ ਲਾ ਕੇ ਲੋਕਾਂ ਨੂੰ ਮਗਰ ਲਾ ਕੇ ਔਰ ਮਗਰੋਂ ਉਹਨਾਂ ਦਾ ਕਤਲੇਆਮ ਕਰਦੇ, ਉਹਨਾਂ ਦੀ ਬੇਇੱਜ਼ਤੀ ਕਰਦੇ ਆ ਔਰ ਉਹਨਾਂ ਦੇ ਘਰ ਲੁੱਟਦੇ ਆ। ਅੱਛਾ, ਤੁਸੀਂ ਇਹ ਗੱਲ ਕੀਤੀ ਆ ਜਿੱਦਾਂ ਮੋਦੀ ਉਹਨਾਂ ਦੀ ਗੱਲ ਕਰਦੇ ਆ, ਇੰਨੇ ਜ਼ੋਰ ਦੇ ਨਾਲ ਉਹ ਇੱਕ ਵਿਸ਼ੇਸ਼ ਧਰਮ ਦੀ ਗੱਲ ਕਰਕੇ ਜੈ ਜੀ ਬਜਰੰਗ ਬਲੀ, ਜੈ ਬਜਰੰਗ ਬਲੀ। ਤੁਸੀਂ ਇਹ ਦੇਖੋ ਜਿਨ੍ਹਾਂ ਦੀ ਇਲੈਕਸ਼ਨ ਕਮਿਸ਼ਨ ਆ ਉਹਦੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲਦਾ। ਬਾਕੀ ਦਾ ਕੋਈ ਗੱਲ ਕਰ ਦੇਵੇ ਉਹਦੇ ਲਈ ਦਵਾ ਦਬ ਬਿਲਕੁਲ ਬਿਲਕੁਲ ਕੇਸ ਹੁੰਦੇ ਹੈਗੇ ਆ, ਹੈਨਾ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋਰ? ਦੇਖੋ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਬਹੁਤ ਕੁਝ ਕਿਹਾ ਜਾ ਚੁੱਕਾ ਔਰ ਖਾਸ ਤੌਰ ਤੇ ਇਹ ਹੈਗਾ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜੇ ਲੋਕ ਹੈਗੇ ਆ ਉਹ ਸਮਝਦੇ ਕਿ ਸਾਡਾ ਜਿਹੜਾ ਇਹ ਜਨਮ ਅਧਿਕਾਰ ਹੈਗਾ ਤਾਕਤ ਦੇ ਉੱਤੇ ਕਬਜ਼ਾ ਕਰਨਾ, ਸਰਮਾਏ ਦੇ ਉੱਤੇ ਕਬਜ਼ਾ ਕਰਨਾ, ਸਮਾਜ ਦੇ ਉੱਤੇ ਕਬਜ਼ਾ ਕਰਨਾ, ਅਸੀਂ ਆਪਣੀ ਮਰਜ਼ੀ ਨਾਲ ਚਲਾ ਸਕਦੇ ਹਾਂ ਔਰ ਇਹ ਬਿਲਕੁਲ ਗਲਤ ਹੈਗਾ। ਔਰ ਦੂਸਰੇ ਨਾਲ ਇਹ ਵੀ ਹੈਗਾ ਕਿ ਕਈ ਲੋਕ ਇਹ ਮੈਨੂੰ ਪਹਿਲਾਂ ਵੀ ਇੱਥੇ ਗੱਲ ਕੀਤੀ ਆ ਕਿ ਪੜ੍ਹੇ ਲਿਖਿਆਂ ਨੇ ਮਤਲਬ ਇਹ ਪੇ ਬੈਕ ਟੂ ਦਾ ਸੁਸਾਇਟੀ ਨਹੀਂ ਕੀਤੀ। ਬਿਲਕੁਲ ਬਾਬਾ ਸਾਹਿਬ ਨੇ ਇਹ ਕਿਹਾ ਸੀ। ਬਿਲਕੁਲ ਬਿਲਕੁਲ ਬਾਬਾ ਸਾਹਿਬ ਨੇ ਬਿਲਕੁਲ ਕਹੀ ਆ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਲੋਕ ਜਿਹੜੇ ਇਸ ਗੱਲ ਨੂੰ ਜੱਫੀ ਪਾਈ ਬੈਠੇ ਆ ਕਿ ਬਾਬਾ ਸਾਹਿਬ ਮੇਰਾ, ਗੁਰੂ ਰਵਿਦਾਸ ਜੀ ਮੇਰਾ, ਔਰ ਜਾ ਕੇ ਕਰਦੇ ਜੋ ਮਰਜ਼ੀ ਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ਼ਤਿਹਾਰ ਲਾਏ ਹੋ ਦਫ਼ਤਰ ਦੇ ਵਿੱਚ, ਹਾਂਜੀ ਫੋਟੋ ਲਾਈਆਂ ਆ ਹਾਂਜੀ। ਔਰ ਇੱਕ ਦੁਕਾਨ ਦੇ ਵਿੱਚ ਜਿੱਦਾਂ ਇਸ਼ਤਿਹਾਰ ਲਾਇਆ ਹੁੰਦਾ ਕਿਸੇ ਐਡਵਰਟਾਈਜ਼ ਕਰਨ ਦਾ, ਪ੍ਰਮੋਸ਼ਨ ਕਰਨ ਦਾ, ਉਹ ਪ੍ਰਮੋਟ ਕਰਦੇ ਆ ਆਪਣੀ ਪ੍ਰੋਡਕਟ, ਪ੍ਰਮੋਟ ਕੀ ਕਰਦੇ ਆ ਆਪਣਾ ਰਾਜ ਜਿਹੜਾ ਉਹਦੀ ਪ੍ਰਮੋਸ਼ਨ ਕਰਦੇ ਕਿ ਬਾਬਾ ਸਾਹਿਬ ਦੀ ਫੋਟੋ ਲਾ ਲਈ। ਜਿਹੜੇ ਜੱਫੀ ਪਾਈ ਬੈਠੇ ਆ ਉਹਨਾਂ ਦੇ ਕੋਲੋਂ ਬਿਲਕੁਲ ਸਾਨੂੰ ਖਬਰਦਾਰ ਰਹਿਣਾ ਚਾਹੀਦਾ। ਇਹ ਇੱਕ ਬਕਾਊ ਚੀਜ਼ ਨਹੀਂ ਹੈ। ਬਾਬਾ ਸਾਹਿਬ ਦਾ ਮਿਸ਼ਨ ਜਿਹੜਾ ਇੰਟਰਨੈਸ਼ਨਲ ਮਿਸ਼ਨ ਹੈ ਹਾਂਜੀ। ਆਪਣੇ ਬੈਂਸ ਸਾਹਿਬ ਵੁਲਵਰਹੈਂਪਟਨ ਆਰਟ ਗੈਲਰੀ ਦੇ ਵਿੱਚ ਇੱਕ ਵੁਲਵਰਹੈਂਪਟਨ ਕੌਂਸਲ ਵੱਲੋਂ ਇੱਕ ਐਗਜ਼ੀਬਿਸ਼ਨ ਹੋ ਰਿਹਾ। ਮੈਨੂੰ ਪਤਾ ਕਿ ਆਪਣੇ ਕੋਲ ਟਾਈਮ ਬਿਲਕੁਲ ਥੋੜਾ ਹੀ ਰਹਿ ਗਿਆ। ਐਗਜ਼ੀਬਿਸ਼ਨ ਹੋ ਗਿਆ। ਇਹ ਵੁਲਵਰਹੈਂਪਟਨ ਦੇ ਪ੍ਰਵਾਸੀ ਪੰਜਾਬੀਆਂ ਦੇ ਅਨੁਭਵ ਜੋ ਹੋਇਆ, ਇਹ ਦਰਅਸਲ ਕੀ ਇਹਦਾ ਕੀ ਮਕਸਦ ਆ, ਕੀ ਕਸ ਦੇ ਲਈ ਇਹ ਕੀਤਾ? ਪਿਆਰੇ ਦਰਸ਼ਕੋ, ਅਸੀਂ ਇਹ ਆ ਕਿ
ਸ਼ਾਹੂ ਜੀ ਮਹਾਰਾਜ ਨੂੰ ਲੱਖ ਲੱਖ ਕੋਟੀ ਕੋਟੀ ਪ੍ਰਣਾਮ ਔਰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਔਰ ਅਖੀਰੀ 2-3-4 ਮਿੰਟ ਦੇ ਵਿੱਚ ਬਦਨ ਸਾਹਿਬ ਨੇ ਮੈਨੂੰ ਇਹ ਸਵਾਲ ਪੁੱਛ ਲਿਆ, ਕਿਉਂਕਿ ਇੰਟਰਨੈਟ ਤੇ ਜਿਹੜੀ ਆ ਫੋਟੋ ਦਿਖਾਈ ਜਾ ਰਹੀ ਹੈ, ਟੈਲੀਵਿਜ਼ਨ ਤੇ ਇੰਟਰਨੈਟ ਤੇ ਹੈ, ਇਹ ਰਿਲੀਜ਼ ਹੋ ਗਈ ਆ। ਔਰ ਇਹ ਇੱਕ ਪ੍ਰੋਜੈਕਟ ਹੈਗਾ ਜਿਹੜਾ ਵੁਲਵਰਹੈਂਪਟਨ ਦੇ ਵਿੱਚ ਪ੍ਰਵਾਸੀ ਇਮੀਗ੍ਰੈਂਟਸ ਲੋਕ ਕਦੋਂ ਆਏ ਔਰ ਉਹਨਾਂ ਨੂੰ ਕਦੋਂ ਕੀ ਮੁਸ਼ਕਲਾਂ ਉਹਨਾਂ ਨੂੰ ਪੇਸ਼ ਆਈਆਂ, ਔਰ ਉਹਨਾਂ ਨੇ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਆਪਣੀ ਲਾਈਫ ਦੇ ਵਿੱਚ ਕੀ ਅਚੀਵ ਕੀਤਾ ਜੀ। ਔਰ ਇਹ ਜਿਹੜੀ ਹੈਗੀ ਆ ਇੱਕ ਪ੍ਰੋਜੈਕਟ ਸੀਗਾ ਜਿਹਦੇ ਵਿੱਚ ਇਹੋ ਵੁਲਵਰਹੈਂਪਟਨ ਦੀ ਆਰਟ ਗੈਲਰੀ ਔਰ ਮਿਊਜ਼ੀਅਮ ਜਿਹੜੇ ਆ ਉਹ ਵੁਲਵਰਹੈਂਪਟਨ ਦੀ ਕੌਂਸਲ ਔਰ ਨੈਸ਼ਨਲ ਪੋਰਟਰੇਟ ਗੈਲਰੀ ਲੰਡਨ ਔਰ ਇੱਕ ਦੋ ਹੋਰ ਇਹਨਾਂ ਨੇ ਸਾਰਿਆਂ ਨੇ ਰਲ ਕੇ ਆ ਕੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ, ਵੁਲਵਰਹੈਂਪਟਨ ਦੀ ਇੱਕ ਹਿਸਟਰੀ ਉਹਨੂੰ ਇਕੱਠਾ ਕਰਨ ਦਾ ਕੀਤਾ। ਔਰ ਉਹਦੇ ਵਿੱਚ ਤਕਰੀਬਨ 6 ਮਹੀਨੇ ਹੋ ਗਏ। ਜਿਹੜੇ ਕੁਝ ਬਾਹਰੋਂ ਬੰਦੇ ਵੀ ਸੀਗੇ, ਮੇਰੇ ਵਰਗੇ ਵੀ ਸੀਗੇ, ਰਿਸਰਚ ਕੀਤੀ ਕਿ ਜਿਹੜੇ ਅੱਗੇ ਪੰਜਾਬੀ ਲੋਕ ਵੁਲਵਰਹੈਂਪਟਨ ਦੇ ਵਿੱਚ ਕਦੋਂ ਆਏ ਔਰ ਉਹਨਾਂ ਨੂੰ ਉਸ ਵੇਲੇ ਕੀ ਮੁਸ਼ਕਲਾਂ ਪੇਸ਼ ਆਈਆਂ ਔਰ ਉਹਨਾਂ ਨੇ ਕੀ ਅਚੀਵ ਕੀਤਾ। ਔਰ ਜਿਸ ਕਰਕੇ ਮੇਰੀ ਵੀ ਫੋਟੋ ਉੱਥੇ ਤੁਹਾਡੇ ਸਾਹਮਣੇ ਆਈ, ਪਰ ਮੈਂ ਆਪਣੇ ਆਪ ਨੂੰ ਇਕੱਲੇ ਨੇ ਨਹੀਂ ਪੇਸ਼ ਕੀਤਾ। ਤੁਸੀਂ ਦੇਖਿਆ ਕਿ ਉਹ ਜਿਹੜੀ ਫੋਟੋ ਹੈਗੀ ਉਹ ਬਾਬਾ ਸਾਹਿਬ ਦੀ ਫੋਟੋ ਹੈਗੀ ਮੇਰੇ ਨਾਲ। ਔਰ ਮੈਂ ਇਸ ਗੱਲ ਤੇ ਵਜਿਦ ਹੋਇਆ ਕਿ ਜੋ ਕੁਝ ਮੈਂ ਹੈਗਾ ਇਹ ਬਾਬਾ ਸਾਹਿਬ ਦੀ ਦੇਣ ਹੈਗੀ ਆ। ਔਰ ਇਹ ਜਿਹੜੀ ਹੈਗੀ ਆ ਪਿਆਰੇ ਦਰਸ਼ਕੋ, ਇਹ ਆਰਟ ਗੈਲਰੀ ਦੇ ਵੁਲਵਰਹੈਂਪਟਨ ਦੀ ਆਰਟ ਗੈਲਰੀ ਦੇ ਵਿੱਚ 18 ਤਰੀਕ ਤੋਂ 9 ਜੁਲਾਈ ਤੱਕ ਇੱਕ ਡਿਸਪਲੇ ਹੋਣਾ। ਔਰ ਮੈਂ ਰਿਕੁਐਸਟ ਕਰਦਾ ਸਾਰਿਆਂ ਅੱਗੇ ਕਿ ਜਾ ਕੇ ਜ਼ਰੂਰ ਦੇਖੋ। ਇਸ ਮਹੀਨੇ ਦੀ 18 ਤਰੀਕ ਤੋਂ 9 ਜੁਲਾਈ ਤੱਕ ਇੱਕ ਡਿਸਪਲੇ ਹੋ ਰਿਹਾ ਕਿ ਉਹ ਜਿਹੜੀ ਰਿਸਰਚ ਹੋਈ ਆ ਉਹਦੇ ਵਿੱਚ ਉਹਨਾਂ ਨੇ ਰਿਸਰਚ ਕਰਨ ਵਾਲਿਆਂ ਨੇ ਕੀ ਪਾਇਆ, ਕੀ ਖੋਜਿਆ ਔਰ ਉਹ ਜਿਹੜੀ ਹਿਸਟਰੀ ਆ ਉਹ ਇੱਕ ਲਿਖੀ ਜਾਏਗੀ। ਸੋ ਇਹਨਾਂ ਕਹਿੰਦਾ ਹੋਇਆ ਥੈਂਕ ਯੂ ਵੈਰੀ ਮਚ। ਥੈਂਕ ਯੂ। ਆਪਣੇ ਇੰਜਰ ਸਾਹਿਬ ਆਪਣੇ ਕੋਲ ਕਈ ਮੈਸੇਜ ਆਏ ਹਨ, ਕੋ ਟਾਈਮ ਤਾਂ ਬਿਲਕੁਲ ਥੋੜਾ ਜਿੰਨਾ ਕਿ ਪੜ੍ਹ ਹੁੰਦਾ ਮੈਂ ਜ਼ਰੂਰ ਪੜਾਂਗੇ। ਧਰਮਪਾਲ ਬੰਗੜ ਜੀ ਕਹਿੰਦੇ ਆ ਕਿ ਵੈਰੀ ਗੁੱਡ ਪ੍ਰੋਗਰਾਮ, ਕੰਗ੍ਰੈਚੁਲੇਸ਼ਨਸ ਫॉर ਦਿਸ ਪ੍ਰੋਗਰਾਮ, ਕੰਗ੍ਰੈਚੁਲੇਸ਼ਨਸ ਟੂ ਬੋਥ, ਵੈਲਕਮ ਬੈਕ ਫਰਮ ਇੰਡੀਆ। ਪ੍ਰੇਮ ਮਾਨ ਜੀ, ਸੋਨਲਾਲ ਸ਼ੋਨਲਾਲ ਸਾਂਪਲਾ ਇਨ ਬਰਮਿੰਗਮ ਫਰਮ ਜਰਮਨੀ, ਤੇ ਉਹ ਕਹਿੰਦੇ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। KL ਚੰਦ ਜੀ ਵੈਲ ਡਨ। ਤੇ ਫਕੀਰ ਚੰਦ ਚੌਹਾਨ ਜੀ ਸਪੋਰਟ ਦੀ ਯੂਅਰ ਪ੍ਰੋਗਰਾਮ, ਵੈਰੀ ਐਕਸੀਲੈਂਟ ਪ੍ਰੋਗਰਾਮ। ਮਹਿੰਦਰ ਕੌਰ ਜੀ ਸ਼ਰਧਾਂਜਲੀ ਦਿੰਦੇ ਆ ਪੰਥੇ ਜੀ, ਅਭੀ ਪਸੰਨੋ ਜੀ ਨੂੰ। ਤੇ ਪ੍ਰੇਮ ਚਮਕੀਲਾ ਤੇ ਸੋਹਣ ਲਾਲ ਸ਼ਾਮ ਲਾਲ ਕੈਂਥ ਜੀ ਉਹ ਪ੍ਰੋਗਰਾਮ ਦੀਆਂ ਵਧਾਈਆਂ ਦਿੰਦੇ ਹਨ ਤੇ ਬਹੁਤ ਵਧੀਆ ਪ੍ਰੋਗਰਾਮ ਹਨ। ਅੰਕਲ ਰਾਮ ਪ੍ਰਕਾਸ਼ ਮੁੰਮਨ ਜੀ ਬਹੁਤ ਵਧੀਆ ਪ੍ਰੋਗਰਾਮ ਹਨ ਜਿਸ ਦੇ ਲਈ ਕੋਈ ਸ਼ਬਦ ਨਹੀਂ। ਤੇ ਪੰਮੀ ਡਾਕਟਰ ਆਫ ਨੰਜੋ ਰੱਤੂ ਜੀ ਵੈਰੀ ਗੁੱਡ ਪ੍ਰੋਗਰਾਮ, ਵੈਲ ਡਨ। ਨਿਰਮਲਾ ਭਾਟੀਆ ਜੀ ਪ੍ਰੋਗਰਾਮ ਦੇਖ ਰਹੇ ਹਨ ਤੇ ਪ੍ਰੋਗਰਾਮ ਪਸੰਦ ਕਰ ਰਹੇ ਹਨ। ਤੇ ਰੇਖਾ ਪੋਲ, ਵਰਿੰਦਰ ਪੋਲ ਨਾ ਪੜ੍ਹ ਦਿਓ ਸਾਰੇ ਦਾ। ਹਾਂਜੀ। ਸੁਖਦੇਵ ਸੁਮਨ, ਜਗਦੀਸ਼ ਦਾਦਰਾ, ਸਮਿਤਰੀ ਦਾਦਰਾ ਦੇ ਬੋਕੌਲ ਪਰਿਵਾਰ ਵੱਲੋਂ, ਪ੍ਰੇਮ ਉਰਮਲਾ ਕੌਲ ਅਤੇ ਪਰਿਵਾਰ ਵੱਲੋਂ, ਬਲਦੇਵ ਰਾਲ, ਮੂਰਤੀ ਮੱਲ, ਹਰਭਜਨ ਕੌਰ ਮੱਲ, ਹਰੀ ਚਾਵਲਾ ਜੀ, ਬਖਸ਼ੋ ਸੁਮਨ ਬਹੁਤ ਵਧੀਆ ਪ੍ਰੋਗਰਾਮ ਹੈ। ਨੰਜੋ ਰੱਤੂ ਜੀ ਦੇ ਨਾਲ ਹੀ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਥੈਂਕ ਯੂ।